ਕਰ ਲੈਣ ਦਿਓ ਜ਼ਰਾ। ਉਹ ਬਸ ਹਾਂਜੀ 49 ਦੇ ਉੱਤੇ ਗੱਲ ਕਰ ਰਹੇ ਸੀ। ਥੱਲੇ ਉਸਤਾਦ ਮੁਹਤਰਮ ਆਏ ਨੇ, ਮੁਫਤੀ ਸਾਹਿਬ ਇਹਨਾਂ ਨੂੰ ਜ਼ਰਾ ਕਾਲ ਤੇ ਲੈ ਜੇ, ਮੈਂ ਥੱਲੇ ਲੈ ਜਾਣਾ। ਠੀਕ ਹੈ ਜੀ। ਵਾਰੀਆਂ ਲਾਈਆਂ ਨੇ ਸਾਰਿਆਂ ਨੇ ਤੁਸੀਂ ਰਾਜਪੂਤ ਸਾਹਿਬ, ਹੁਣ ਜਾਣ ਲੱਗਿਆ ਪਿਆ ਮੈਂ ਕਰਨਾ ਕਮਾਲ ਹੋ ਵਾਰੀਆਂ ਲਾਈਆਂ ਨੇ। ਲੱਗਦਾ ਰੌਣਕ ਲੱਗਣ ਵਾਲੀ ਹੈ। ਸ਼ੁਕਰ ਅਲਹਮਦੁਲਿਲਾ। ਮੈਂ ਕਿਹਾ ਅਲੀਮ ਸਾਹਿਬ ਦੀ ਤੇ ਗੱਲ ਸੁਣ ਲੈਣ ਦਿਓ। 49 ਦਾ ਕੋਈ ਜ਼ਾਵੀਏ ਦੇ ਉੱਤੇ ਕੋਈ ਗੱਲ ਕਰਨਾ ਚਾਹ ਰਹੇ ਸੀ ਜੀ ਅਲੀਮ ਸਾਹਿਬ। ਕਿਉਂ ਨਹੀਂ ਅਸਲ 'ਚ ਰਹਿਨੁਮਾਈ ਚਾਹ ਰਿਹਾ ਸਾਂ, ਜੀ ਰਫ਼ਤਾਰ ਕਿੰਨੀ ਕੁ ਤੇਜ਼ ਹੋਏਗੀ 49 ਦੀ ਤਕਰੀਬਨ ਕਾਫੀ ਹਾਂ ਜੀ ਮੁਫਤੀ ਸਾਹਿਬ ਸਲਾਮ ਜਾ ਰਿਹਾ ਹੈ। ਅਲੈਕੁਮ ਜੀ अस्सलाम वालेकुम जी। ਵਾਲੇਕੁਮ ਹੁਸੈਨ ਸਾਹਿਬ ਅਸੀਂ ਬਾਅਦ 'ਚ ਕਰਨੇ ਆ, ਕੀਤਾ ਮੁਫਤੀ ਕਿਸ ਸਾਹਿਬ ਤਰ੍ਹਾਂ ਨੇ? ਨੂੰ ਸ਼ਾਮਦੀਦ ਕਰੋ। ਜੀ ਜੀ ਬਿਸਮਿल्लाह। सैनी साहब ਜੀ ਜੀ ਬਿਸਮਿल्लाह। की हाल है से ठीक है जनाब? ਜੀ ਬੜੀ ਪਹਿਲਾਂ ਨਾਲੋਂ ਵੀ ਚੰਗੀ। ਜਦੋਂ ਤੁਹਾਨੂੰ ਦੇਖਦੇ ਆ ਤੇ ਜਿਹੜੀ ਕੋਈ ਕਸਰ ਹੁੰਦੀ ਉਹ ਵੀ ਟੁੱਟ ਜਾਂਦੀ ਹੈ। बेहतरीन हो गया सैनी साहब। अज ना मैं मुस्लिम शरीफ का मुताला कर रहा था जे, ਜੀ ते एक बड़ी प्यारी हदीस आई है सामने। ਸਾਰੀਆਂ ਹਦੀਸਾਂ ਹੀ ਪਿਆਰੀਆਂ ਨੇ, ਇੱਕ ਥੋੜੀ ਪਿਆਰੀ ਹੈ। हाँ जी यह तो है वे। ਇੱਕ ਤੋਂ ਇੱਕ ਪਿਆਰੀਆਂ ਨੇ ਤੇ ਉਹਨਾਂ ਹਾਂਜੀ। ਪਿਆਰੀਆਂ ਵਿੱਚੋਂ ਇੱਕ ਪਿਆਰੀ ਸੁਣਾਓ ਜੀ। हाँ जी ਜੀ ते ए ना कादियानियां दी जेड़ी वैबसाइट है ना जी, जी। ਉਹਦੇ ਉੱਤੇ ਵੀ ਇਹ ਸਹੀ ਮੁਸਲਮ ਜਿਹੜੀ ਪਈ ਹੈ ਨਾ, ਅੱਛਾ, ਤੇ ਛੋਟੀ ਉਹਦੀ ਸਰਕਾਰ ਥੱਲੇ ਆਏ ਨੇ, ਉਹਨਾਂ ਨੂੰ ਲੈ ਲਓ। ਮੈਂ ਥੱਲੇ ਜਾ ਰਿਹਾ ਠੀਕ ਹੈ ਜੀ। ਸੈਣੀ ਸਾਹਿਬ, ਠੀਕ ਛੋਟੀ ਹੈ ਸਰਕਾਰ ਨੂੰ ਲੈ ਲਓ। ਠੀਕ ਠੀਕ ਜੀ जी ਜੀ जिल्द नंबर 15 में नूर फाउंडेशन अहमदी हजरात दी ਜਿਹੜੀ ਹੈ ਨਾ ਜੀ ਵੈਬਸਾਈਟ, ਤੇ ਵੈਬਸਾਈਟ ਹੈ ਉਹਨਾਂ ਦੀ। ਹਾਂਜੀ ਉਹਦੇ ਉੱਤੇ ਪਈ ਹੈ ਸਹੀ ਮੁਸਲਮ ਜਿਲਦ ਨੰਬਰ 15, ਠੀਕ ਹੈ ਜੀ। ਤੇ ਉਹਦਾ ਸਫਾ ਨੰਬਰ 122। ਇਹਦੀਆਂ 15 ਜਿਲਦਾਂ ਨੇ ਮੁਸਲਿਮ ਸ਼ਰੀਫ ਦੀਆਂ। ਹਾਂਜੀ ਨਹੀਂ ਜਿਹੜੀਆਂ ਇਹਨਾਂ ਨੇ ਰੱਖੀਆਂ ਨੇ ਨਾ ਉਹ 15 ਜਿਲਦਾਂ ਵਾਲੀ ਰੱਖੀ ਹੈ ਜੀ। ਅੱਛਾ ਅੱਛਾ। ਤੇ ਉਹਦਾ ਉਹਨਾਂ ਨੇ ਖੁਦ ਛਾਪੀ ਹੈ ਜਾਂ? ਜੀ ਖੁਦ ਛਾਪੀ ਹੈ ਜੀ, ਖੁਦ ਉਹਨਾਂ ਦੀ ਆਪਣੀ ਛਪੀ ਹੋਈ। ਅੱਛਾ ਠੀਕ ਹੈ। ਹਾਂ ਤੇ ਉਹਦਾ ਸਫਾ ਨੰਬਰ 122 ਹੈ। ਠੀਕ ਹੈ। ਹਦੀਸ ਨੰਬਰ ਜੇ 5214। ਯਾਨੀ ਇਹ ਕਾਦੀਆਨੀਆਂ ਨੇ ਇਹਦਾ ਨੰਬਰ ਦਿੱਤਾ ਹੈ, ਹਾਲਾਂਕਿ ਇਹ ਇਹਦਾ ਨੰਬਰ ਨਹੀਂ। ਵੈਸੇ ਇਹਦਾ ਜਿਹੜਾ ਇੰਟਰਨੈਸ਼ਨਲ ਨੰਬਰ ਬਣਦਾ ਹੈ ਨਾ ਉਹ ਵੇ 7373 ਇਹ ਬਣਦਾ ਹੈ। ਲੇਕਿਨ ਬਹਰਹਾਲ ਉਹਨਾਂ ਦੀ ਆਪਣੀ ਇੱਕ ਉਹ ਤਾਂ ਇੱਕ ਦੋ ਕਿਸਮ ਦੇ ਨੰਬਰ ਨੇ ਵੀ ਰਹਿਨੁਮਾਈ ਕਰਦੇ ਜਾਓ। ਜੀ ਜੀ ਮੁਸਲਿਮ ਸ਼ਰੀਫ ਜਿਹੜੀ ਮੁਸਲਮਾਨਾਂ ਨੇ ਛਾਪੀ ਹੈ ਉਹ ਤਾਂ ਮੁਸਲਿਮ ਸ਼ਰੀਫ ਦਾ ਆਪਣਾ ਨੰਬਰ ਅਲੱਗਾ ਹੋਏਗਾ, ਤੇ ਇੰਟਰਨੈਸ਼ਨਲ ਜਿਹੜਾ ਨੰਬਰ ਹੈ ਉਹਦੇ ਚ। ਹਾਂਜੀ ਇੰਟਰਨੈਸ਼ਨਲ ਨੰਬਰ ਹੀ ਮੈਂ ਦੱਸਿਆ ਜੇ ਜਨਾਬ। ਨਹੀਂ ਨਹੀਂ, ਮੇਰਾ ਅਰਜ਼ ਕਰਨ ਦਾ ਮਕਸਦ ਹੈ ਕਿ ਇੰਟਰਨੈਸ਼ਨਲ ਨੰਬਰ ਜਿਹੜਾ ਹੈ ਉਹ ਸਾਰੀਆਂ ਹਦੀਸਾਂ ਨੂੰ ਕਵਰ ਕਰਦਾ ਹੈ ਜਾਂ ਮੁਸਲਿਮ ਦਾ ਇੰਟਰਨੈਸ਼ਨਲ ਉਹਨੂੰ ਕਹਾਂਗੇ? ਨਹੀਂ ਵੈਸੇ ਤੇ ਹੁਸੈਨੀ ਸਾਹਿਬ ਜਿਹੜੀਆਂ 5 ਨੇ ਨਾ ਦੀਗਰ ਕਿਤਾਬਾਂ, ਉਹਨਾਂ ਦੇ ਜਿਹੜਾ ਵੇ ਇੱਕ ਹੀ ਤਕਰੀਬਨ ਨੰਬਰ ਚੱਲ ਰਹੇ ਹੈ, ਤੇ ਲੇਕਿਨ ਇਹ ਮੁਸਲਿਮ ਸ਼ਰੀਫ ਦਾ ਜਿਹੜਾ ਨਾ ਇਹਦਾ ਰੋਲਾ ਪੈ ਜਾਂਦਾ, ਇਹਦੇ 2-3 ਨੰਬਰ ਨੇ, ਲੇਕਿਨ ਉਹਨਾਂ 2-3 ਨੰਬਰਾਂ ਦੇ ਵਿੱਚ ਵੀ ਇਹ ਨੰਬਰ ਨਹੀਂ ਜੀ ਹੁੰਦਾ। ਨਹੀਂ ਮੈਨੂੰ ਇੱਕ ਰਹਿਨੁਮਾਈ ਕਰ ਦਿਓ ਕਿ ਜਦੋਂ ਤੁਸੀਂ ਇੰਟਰਨੈਸ਼ਨਲ ਨੰਬਰ ਕਹਿੰਦੇ ਹੋ ਤੇ ਇਹ ਸਾਰੀਆਂ ਹਦੀਸਾਂ ਤੋਂ ਮੁਰਾਦ ਸਿਆਸਤਾਂ ਨੂੰ ਸਭ ਨੂੰ ਕਵਰ ਕਰਦੇ ਨੇ? ਜੀ ਹਾਂਜੀ ਇੰਟਰਨੈਸ਼ਨਲ ਲੋ ਇੱਕ ਨੰਬਰਿੰਗ ਦਿੱਤੀ ਗਈ ਹੈ ਨਾ। ਉਹ ਨੰਬਰ ਕਿੱਥੋਂ, ਕਿਹੜੀ ਹਦੀਸਾਂ ਤੋਂ ਸ਼ੁਰੂ ਹੁੰਦੀ ਹੈ? ਉਹ ਪਹਿਲੀ ਹਦੀਸ ਤੋਂ। ਪਹਿਲੀ ਹਦੀਸ ਤੋਂ ਮੁਰਾਦ ਬੁਖਾਰੀ ਸ਼ਰੀਫ ਤੋਂ? ਨਹੀਂ, ਹਰ ਕਿਤਾਬ ਦੀ ਪਹਿਲੀ ਹਦੀਸ ਤੋਂ ਹੀ ਨੰਬਰ ਸ਼ੁਰੂ ਹੋਏਗਾ ਨਾ ਜੀ। ਅੱਛਾ, ਮਤਲਬ ਮੈਂ ਇਹੋ ਹੀ ਤੇ ਪੁੱਛ ਰਿਹਾ। ਇਹਦਾ ਮਤਲਬ ਹੈ ਕਿ ਉਹ ਇੰਟਰਨੈਸ਼ਨਲ ਨੰਬਰ ਦਾ ਇਹ ਮਤਲਬ ਨਹੀਂ ਹੈ ਕਿ ਉਹ ਬੁਖਾਰੀ ਸ਼ਰੀਫ ਤੋਂ ਸ਼ੁਰੂ ਹੋ ਕੇ ਤੇ ਮੁਸਲਿਮ ਸ਼ਰੀਫ ਨੂੰ ਅੱਗੇ ਲੈ ਲਵੇ, ਤੇ ਇਸ ਸੀਕੁਐਂਸ ਵਿੱਚ ਨਹੀਂ ਹੈ, ਬਲਕਿ ਬੁਖਾਰੀ ਵਾਲੀ ਇੰਟਰਨੈਸ਼ਨਲ ਨਹੀਂ ਹਰ ਕਿਤਾਬ ਦਾ ਅਲੱਗ-ਅਲੱਗ, ਹਰ ਕਿਤਾਬ। ਅੱਛਾ ਮੈਂ ਸਮਝ ਗਿਆ, ਠੀਕ। ਉਹ ਹਰ ਕਿਤਾਬ ਦਾ ਅਲੱਗ-ਅਲੱਗ ਹੁੰਦਾ ਹੈ ਨਾ। ਹਰ ਕਿਤਾਬ ਦਾ ਹੀ ਇੰਟਰਨੈਸ਼ਨਲ ਅਲੱਗ ਹੈ। ਹਾਂਜੀ ਇੰਟਰਨੈਸ਼ਨਲ ਇੱਕ ਨੰਬਰ ਦਿੱਤਾ ਗਿਆ। ਇਹਦਾ ਫਾਇਦਾ ਕੀ ਹੋਇਆ ਇੰਟਰਨੈਸ਼ਨਲ ਲਗਾਉਣ ਦਾ ਕਿ ਅਗਰ ਮੁਸਲਿਮ ਦੇ ਆਪਣੇ ਨੰਬਰ ਤੁਸੀਂ ਲਗਾਣੇ ਨੇ ਜੀ, 1 ਤੋਂ ਲੈ ਕੇ 5000 ਤੱਕ, ਇੱਕ ਮਿਸਾਲ ਦੀ ਗੱਲ ਕਰਨਾ, ਤੇ ਉਹ ਇਹਦੇ ਇੰਟਰਨੈਸ਼ਨਲ ਲਗਾਉਣ ਦੀ ਜ਼ਰੂਰਤ ਕਿਉਂ ਪੇਸ਼ ਆਈ? ਕਿਆ ਮੁਖਤਲਿਫ ਲੋਕ ਛਾਪਦੇ ਨੇ ਤੇ ਸਫੇ ਬਦਲ ਜਾਂਦੇ ਨੇ? ਕੀ ਫਰਕ ਹੈ? ਅਸਲ ਦੇ ਵਿੱਚ ਰੋਲਾ ਵਿੱਚ ਇਹ ਹੋਇਆ ਵੇ ਕਿ ਵਿੱਚ ਸਨ ਕਈ ਮੁਕਰਰਾਤ। ਅੱਛਾ, ਯਾਨੀ ਇੱਕ ਹਦੀਸ 2 ਵਾਰੀ ਆ ਗਈ, 3 ਵਾਰੀ ਆ ਗਈ, 4 ਵਾਰੀ ਆ ਗਈ ਬਿਲਫਰਜ਼।
ਅੱਛਾ ਤੇ ਉਹ ਨਾ ਫਿਰ ਕਈ ਮੁਸੰਨਿਫੀਨ ਨੇ ਉਹ ਜਾਂ ਮੁਹੱਦਿਸੀਨ ਨੇ ਉਹਨਾਂ ਸਾਰੀਆਂ ਨੂੰ ਇੱਕ ਸ਼ੁਮਾਰ ਕੀਤਾ। ਉਹ ਅੱਛਾ 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 ਉਹ ਫਿਰ ਇੰਜ ਵੇ ਨਾ ਵਿੱਚ ਫਿਰ ਕਈ ਨੰਬਰ ਸਕਿਪ ਹੋਏ। ਅੱਛਾ ਹਾਂ ਅੱਛਾ ਚਲੋ ਬਹਰਹਾਲ ਇਹ ਦੇਣਾ ਉਹ ਸਟੈਂਡਰਡ ਮੰਨਿਆ ਜਾਂਦਾ, ਸਾਰੇ ਹੀ ਉਹਨੂੰ ਮੰਨਦੇ ਨੇ। ਹਾਂ ਇੱਕ ਨੰਬਰ ਹੁੰਦਾ ਜਿਹਨੂੰ ਕਹਿੰਦੇ ਨੇ ਇੰਟਰਨੈਸ਼ਨਲ ਨੰਬਰਿੰਗ, ਉਹ ਇੱਕ ਸਟੈਂਡਰਡ ਨੰਬਰ ਹੁੰਦਾ ਵੇ। ਹਾਂਜੀ ਜੀ ਠੀਕ ਸਮਝ ਆ ਗਈ। ਮੈਂ ਇਹਦੇ ਚ ਕਨਫਿਊਜ਼ ਹੈ। ਜਜ਼ਾਕੱਲਾ, ਬਹੁਤ ਅੱਛਾ। ਹੁਣ ਤੁਸੀਂ ਕਰੋ ਗੱਲ ਜਿਹੜੀ ਜੀ। ਅੱਛਾ ਜੀ ਇਹ ਕਾਦੀਆਨੀਆਂ ਦੀ ਸਹੀ ਮੁਸਲਮ ਜਿਲਦ ਨੰਬਰ 15 ਨੂਰ ਫਾਊਂਡੇਸ਼ਨ ਸਫਾ ਨੰਬਰ 122 ਹਦੀਸ ਨੰਬਰ 5214 ਦੇ ਉੱਤੇ ਇਹ ਹਦੀਸ ਦਾ ਤਰਜੁਮਾ ਇੱਕ ਲਿਖਿਆ ਹੈ जी। हजरत नवास बिन समआन बयान करते हैं कि एक दिन सुबह रसूलुल्लाह ने दज्जाल का जिक्र फरमाया जी। और उसके जिक्र में आवाज कभी धीमी हुई और कभी ऊंची, यहाँ कभी धीमी हुई तो और कभी बुलंद, यहाँ तक कि हम समझे कि वो दज्जाल करीब ही है, खजूरों करीब ही खजूरों के झुंड में है। जब हम शाम को आप सल्लल्लाहु अलैहि वसल्लम की खिदमत में हाजिर हुए तो आप सल्लल्लाहु अलैहि वसल्लम ने हम में घबराहट के आसार पहचान लिए और फरमाया तुम्हें क्या हुआ है? हमने अर्ज किया या रसूलल्लाह सल्लल्लाहु अलैहि वसल्लम सुबह आपने दज्जाल का जिक्र किया था, कभी आपकी आवाज धीमी थी कभी बुलंद, हम समझे कि वो खजूरों के झुंड में है। इस पर आप सल्लल्लाहु अलैहि वसल्लम ने दज्जाल के अलावा और अमूर का तुम्हारे बारे में मुझे ज्यादा खौफ है। दज्जाल के अलावा और अमूर का मुझे ज्यादा खौफ है। ठीक। यहाँ पर एक छोटा सा सवाल है कि ये जो तर्जुमा इन्होंने किया है ये हदीस के कौन से अल्फाज का तर्जुमा है? अच्छा यहाँ पे चूंकि मैं तो एक जनाब तालिबे इल्म हूँ तो अभी सीखने की मेरी उम्र है, तो मैं तो सीख ही रहा हूँ ना जी। कोई मुझे चीज समझ नहीं आएगी तो वो मुतलका लोगों से जाके पूछूंगा। बिल्कुल। अच्छा जी आगे कहते हैं अगर वो मेरी मौजूदगी में निकले तो मैं तुम्हारी तरफ से उससे दलील के जरिए मुकाबला करने वाला हूँ, और अगर वो निकले और मैं तुम में ना हूं तो हर शख्स को खुद दलील के जरिए इसका मुकाबला करना होगा। मेरा ये सवाल यहाँ पर भी है कि ये हदीस के कौन से अल्फाज का ये तर्जुमा है? आगे कहते हैं तर्जुमा लिखा है और अल्लाह मेरे बाद हर मुसलमान का खलीफा है। वो दज्जाल जो इन जवान है, वो दज्जाल जवान है, बहुत घने गुंगरियाले बालों वाला है। सुनते जाइएगा, ये अब दज्जाल की अलामतें बयान हो रही हैं। या बिल्कुल। यानी एक जवान है यानी मर्द है, औरत भी नहीं है, मर्द है। या जिन्स के एतबार से अगर बात करें तो इंसान है, और इंसानों में से बात करें तो वो मर्द है, औरत भी नहीं है। गुंगरियाले बालों वाला है, उसकी आंख फूली हुई है, गोया कि मैं उसे अब्दुल उज़्ज़ा बिन कुतन से तशबीह दूंगा। अब अब्दुल उज़्ज़ा बिन कुतन जो है वो भी एक मर्द है, ठीक है, वो कोई जानवर नहीं, कोई वो शजरो हजर नहीं, कोई मादियात में से नहीं, जमादात में से नहीं, बल्कि वो इंसान है जिससे हजूर अलैहिस्सलाम तशबीह दे रहे हैं। तुम में से जो कोई उसे पाए तो इस पर सूरा अल कहफ की इब्तदाई आयात पढ़े। वो शाम और इराक के दरमियान एक राह से निकलने वाला है। ठीक। शाम और इराक के ये चीजें हैं जो कि हमें किसी वाक़े को समझने के लिए फायदा देंगी कि हजूर अलैहिस्सलाम ने दज्जाल की अलामतें सारी बताई हैं। सही है। दाएं जानब भी फसाद बर्पा करेगा
اور بائیں جانب بھی. پس اے اللہ کے بندو تم ثابت قدم رہنا. ہم نے عرض کیا یا رسول اللہ وہ زمین میں کتنا عرصہ رہے گا؟ آپ صلی اللہ علیہ وسلم نے فرمایا 40 دن. کوئی دن 1 سال کے برابر ہوگا اور کوئی دن 1 ماہ کے برابر اور کوئی دن 1 ہفتہ کے برابر. اس کے باقی سارے دن تمہارے دنوں کی طرح ہوں گے. ہم نے عرض کیا یا رسول اللہ صلی اللہ علیہ وسلم وہ دن جو 1 سال کی طرح ہوگا کیا اس میں 1 دن کی نمازیں ہمارے لیے کافی ہوں گی؟ آپ صلی اللہ علیہ وسلم نے فرمایا نہیں، اس کے لیے اندازہ کر لینا. ہم نے عرض کیا یا رسول اللہ صلی اللہ علیہ وآلہ وسلم زمین میں اس کی تیز رفتاری کیسی ہوگی؟ آپ صلی اللہ علیہ وآلہ وسلم نے فرمایا بارش کی طرح جس کے پیچھے ہوا چل رہی ہوگی. یہ درود پاک انہوں نے نہیں لکھا، صرف سواد ڈالی ہوئی ہے، تو میں اپنی طرف سے یہ درود پاک مکمل پڑھ رہا ہوں. سواد لکھنا جو ہے نا حرام ہے، تو پورا درود لکھنا چاہیے. ٹھیک ہے. اچھا جی آگے لکھا ہوا ہے جی رسول اللہ صلی اللہ علیہ وسلم زمین میں اس کی تیز رفتاری کیسی ہوگی؟ آپ صلی اللہ علیہ وسلم نے فرمایا بارش کی طرح جس کے پیچھے ہوا چل رہی ہو. پھر وہ ایک قوم کے پاس آئے گا اور انہیں پکارے گا تو وہ اس کی بات مان لیں گے. اس پر وہ بادلوں کا حکم دے گا تو وہ خوب بارش برسائیں گے، اور زمین کو حکم دے گا تو وہ اگائے گی. اور شام کو ان کے مویشی آئیں گے تو ان کی کوہانیں پہلے سے بہت اونچی ہوں گی، ان کے تھن بھرے ہوئے ہوں گے اور ان کی کوکھیں بھری ہوئی ہوں گی. پھر وہ ایک اور قوم کو بلائے گا، وہ اس کی بات کو رد کر دیں گے اور وہ ان کے پاس سے چلا جائے گا تو وہ قحط میں مبتلا ہو جائیں گے اور ان کے ہاتھوں میں ان کے مالوں میں سے کچھ نہ رہے گا. اچھا یہ بھی جو ہے نا یہ بھی بتائیے گا. اچھا جی آگے نہیں رہے گا یار. اچھا ہاتھوں میں مالوں میں سے کچھ نہ رہے. اور وہ دجال ویرانے سے گزرے گا تو اسے کہے گا کہ اپنے خزانے نکال تو اس ویرانے کے خزانے اس طرح اس کے پیچھے چل پڑیں گے جیسے شہد کی نر مکھیاں. پھر وہ ایک بھرپور جوان آدمی کو بلائے گا اور اسے تلوار سے مارے گا اور اس کے 2 ٹکڑے کر دے گا نشانے پر مارنے کی طرح. پھر اسے پکارے گا. اچھا یہ والا کس کا ترجمہ ہے بھائی؟ یہ کون سے الفاظ ہیں جن کا یہ ترجمہ ہے؟ اچھا جی پکارے گا تو وہ روشن چہرے کے ساتھ ہنستا ہوا آئے گا. اچھا یہ نا اب اس کے آگے پھر حضرت عیسیٰ ابن مریم علیہ السلام کی علامات شروع ہو رہی ہیں. یہاں تک دجال کی تقریباً اللہ کے نبی صلی اللہ علیہ وسلم نے جو علامات دجال کی بیان کی ہیں نا وہ جناب 15 علامات ہیں. 15 علامتیں ہیں دجال کی جو میں نے ابھی پڑھ کے سنایا ہے اور خود قادیانی کتابوں سے پڑھ کے آپ کو سنایا ہے اور قادیانیوں کی مسلم شریف کا ترجمہ آپ کو سنایا ہے. جبکہ ہم دیکھتے ہیں کہ روحانی خزائن جلد 17 صفحہ 121 کے اوپر مرزا صاحب فرماتے ہیں ایسا ہی آیت اخرجت للناس میں بھی الناس کے لفظ سے دجال ہی مراد ہے. حسینی صاحب قابل غور ہے. جی جی ناس کے اندر کون لوگ آتے ہیں حسینی صاحب؟ ہاں جی دسو. ناس ویسے مرد اور عورت آتے ہیں نا. ایک تو ہوتا ہے نا ستیہ ناس. ہاں ستیہ ناس ہاں وہ بھی آتے ہیں. ہاں وہ ہوتا ہے. ایک یہ ہے کہ یا ناس مرد عورتیں سب ہی آتے ہیں. ہاں جی نالے وہ بھی ہوتا ہے نا تو ناس ہی مار چھڑے ہے. ہاں ناس ہی مار بالکل صرف ناس. اچھا جی چلو جی بہرحال جی یہاں پہ ناس مراد ہے جی. دجال ناس سے مراد دجال یعنی یہ پوری انسانیت جو ہے نا وہ دجال ہے.
दूसरा हवाला सुने रूहानी खज़ाइन जिल्द 14 सफ़ा 296 के ऊपर मिर्जा साहब फरमाते हैं, हदीसों पर गौर करने से मालूम होता है कि दरअसल दज्जाल शैतान का नाम है। और आगे फरमाते हैं, ये रूहानी खज़ाइन जिल्द 14 सफ़ा 416 के ऊपर, दज्जाल दर हकीकत एक ग्रोह मुफसिदीन का है। ठीक है, ठीक है जी, सुनते जाइएगा। आगे है रूहानी खज़ाइन जिल्द 22 सफ़ा 45 के ऊपर कहते हैं, इस शैतान का नाम दूसरे लफ्जों में ईसाइयत का भूत है, इसी भूत का नाम दज्जाल है। ठीक है, ठीक है जी, ईसाइयत का भूत जो है ये दज्जाल है। आगे रूहानी खज़ाइन जिल्द 22 सफ़ा 456 के ऊपर कहते हैं जी, वो दज्जाल पादरियों का फिरका है। रूहानी खज़ाइन जिल्द 3 सफ़ा 174 के ऊपर कहते हैं, मगर हमारे नज़दीक मुमकिन है कि दज्जाल से मुराद बा इकबाल कौमें हों और गधा उनका रेल हो। लो जी, बा इकबाल कौमें, तो मिर्जा साहब ने एक और जगह कहा है कि ये जो मेरी कौम है ना, वो इकबाल मंद कौम है, यानी मुगल जो कौम है ये इकबाल मंद कौमों के अंदर है। तो इकबाल मंद कौमें जो है ना वो है दज्जाल भाई। आगे लिखते हैं जनाब, रूहानी खज़ाइन जिल्द 3 सफ़ा 366 के ऊपर, मसीह दज्जाल जिसके आने की इंतजार थी, यही पादरियों का ग्रोह है। तो अब आपने देख लिया कि दज्जाल से मुराद नास है, दज्जाल से मुराद शैतान है, दज्जाल से मुराद ग्रोह मुफसिदीन है, दज्जाल से मुराद ईसाइयत का भूत है, दज्जाल से मुराद पादरियों का फिरका है, दज्जाल से मुराद इकबाल मंद कौमें हैं। जबकि ये हदीस कुछ और कह रही है, मिर्जा साहब कुछ और कह रहे हैं। तो मुझे ये चीज समझ नहीं है आज हुसैनी साहब, तो ये को आप समझाएं ये क्या है, ये माजरा क्या है? मुझे क्यों सिलेक्ट किया? अस्सलाम वालेकुम अंकल, आप सबसे पहले रूहानी खज़ाइन जिलते नहीं, पहले एक मिनट ठहरे जरा आप। बात ये है कि मेरे पास तो कोई किताबें हैं नहीं, मैंने उसका अरबी टेक्स्ट पढ़ा नहीं। आके मुफ्ती साहब ने शुरू कर दिया है कि ये मुस्लिम शरीफ की हदीस है जो अहमदियों की वेबसाइट पे किताब पड़ी हुई है, उसमें लिखी है, तो लिखी होगी, ठीक है। और उसके बाद उन्होंने हवाले शुरू कर दिए हैं मिर्ज़ा साहब की किताबों से, और फिर मुझे पूछ रहे हैं कि तुम इसका जवाब दो, क्यों? ये नहीं है वो असल में ये है ना, बराड़ के होस्ट आप है ना, तो वो मैंने इसलिए ये सवाल आपकी तरफ डिलीवर किया है। आप जिससे चाहे फिर आगे इसकी तफसीलात पूछ लें, मैं डायरेक्ट पूछूंगा तो वो फिर मसला कुछ और बन जाएगा। ठीक है, ठीक हो गई बात, कुछ बेहतर हो गई। अल्लामा साहब अस्सलाम वालेकुम। वालेकुम सलाम रहमतुल्लाहि व बरकातहू। सानी साहब क्या हाल है जनाब? जोश खिताबत ਉਹਦੇ ਦੌਰ 'ਚ ਮੈਂ ਤੁਹਾਨੂੰ ਸਲਾਮ ਵੀ ਨਹੀਂ ਅਰਜ਼ ਕਰ ਸਕਿਆ ਤੇ ਅਸੀਂ ਨਹੀਂ ਅਸਲ ਦੇ ਵਿੱਚ ਮੈਂ ਵੀ ਜਿਹੜਾ ਨਾ ਇੰਟਰਵਿਊ ਨਹੀਂ ਕੀਤਾ, ਮੁਫਤੀ ਸਾਹਿਬ ਗੱਲ ਪੇ ਕਰਦੇ ਸਨ ਤੇ ਮੈਂ ਕਿਹਾ ਚਲੋ ਬਾਅਦ ਚ ਕਰ ਲੈਣੇ ਸਲਾਮ। ਹਾਂ ਠੀਕ ਹੈ, ਤੇ ਵਰਨਾ ਮੈਂ ਹਾਂ ਚੀਜ਼ ਇਹ ਹੈ ਕਿ ਕੁਝ ਸਵਾਲ ਤੇ ਮੇਰੇ ਵੀ ਨੇ ਇਹਦੇ ਮੁਤਲਕ, कुछ हिस्सा थोड़ा जा सुने हैं जिथे तक मुफ्ती साहब ने पढ़िया, ये तो लगता है कि हदीस हल ने बाकी है जी। हदीस है जे काफी है, जिते हजरत मसीह इब्ने मरियम दियां तकरीबन 45 सलामतां ने अगे ने, हजे ते सिर्फ है हदीस दा पहला हिस्सा है जिथे दज्जाल दियां 15 लामतां दा जिक्र है। एक मिनट मतलब ये जिहड़ी तुसी मसीह दे आवन दा जिक्र है वो भी इस हदीस दा हिस्सा ही है?
ਮਤਲਬ ਜੀ ਹਾਂ ਤਵੀਲ ਹਦੀਸ ਜੇ। ਅੱਛਾ ਇੱਕ ਹੋਰ ਹੁਸੈਨੀ ਸਾਹਿਬ ਅਰਜ਼ ਕਰਦੇ ਆ, ਫਿਰ ਤੁਸੀਂ ਗੱਲ ਕਰ ਲਿਆ ਜੇ। ਤੇ ਇਹ ਉਹੀ ਹਦੀਸ ਹੈ ਜਿਹਨੂੰ ਕਾਦੀਆਨੀ ਹਜ਼ਰਾਤ ਬਹੁਤ ਜ਼ਿਆਦਾ ਪੇਸ਼ ਕਰਦੇ ਨੇ ਆਪਣੀ ਦਲੀਲ ਦੇ ਤੌਰ ਤੇ ਕਿ ਲੋ ਜੀ ਅੱਲਾ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਮਸੀਹ ਇਬਨ ਮਰੀਮ ਨੂੰ ਆਉਣ ਵਾਲੇ ਮਸੀਹ ਨੂੰ ਯਾਨੀ ਮਸੀਹ ਮਊਦ ਨੂੰ 4 ਦਫਾ ਨਬੀਉल्लाह ਕਿਹਾ ਹੈ। ਉਹ ਵੀ ਇਸੇ ਹਦੀਸ ਵਿੱਚ ਹੀ ਹੈ। ਹਾਂ ਇਹੋ ਹੀ ਹਦੀਸ ਹੈ ਨਾ, ਉਹ ਅੱਗੇ ਵੇ। ਅੱਛਾ ਜੀ ਠੀਕ ਹੋ ਗਏ। ਬੜੀ ਗੱਲ ਅੱਜ ਹੈ ਕਿ ਡਿਬੇਟ ਹੋਈ ਹੈ ਇਸ ਉੱਤੇ ਨਾ, ਸੋਰੀ ਮੁਫਤੀ ਸਾਹਿਬ अस्सलाम वालेकुम। ਮੈਂ ਹੁਸੈਨੀ ਸਾਹਿਬ ਤੁਹਾਨੂੰ ਦੱਸਿਆ ਸੀ ਨਾ ਅੱਜ ਮੇਰੀ ਡਿਬੇਟ ਹੋਈ ਹੈ ਤੇ ਇਸੇ ਹਦੀਸ ਉੱਤੇ ਹੋਈ ਸੀ ਮੇਰੀ ਡਿਬੇਟ। ਅੱਛਾ ਉਹ ਮੈਂ ਤੇ ਸਮਝ ਰਿਹਾ ਹੈ ਕਿ ਸ਼ਾਇਦ ਜਿਹਦੇ ਚੋਂ ਕਹਿੰਦੇ 4 ਦਫਾ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਨਬੀਉल्लाह ਦਾ ਲਫ਼ਜ਼ ਫਰਮਾਇਆ ਹੈ, ਤੇ ਮੈਂ ਸਮਝਿਆ ਉਹ ਕੋਈ ਅਲੱਗ ਹਦੀਸ ਹੈ ਜਿਹਦੇ 'ਚ ਇਹ ਗੱਲ ਹੈ। ਤੇ ਇਹ ਬੜੀ ਦਿਲਚਸਪ ਗੱਲ ਹੈ ਜਿਹੜੀ ਤੁਸੀਂ ਅੱਜ ਸੁਣਾਈ ਹੈ ਕਿ ਦਜਾਲ ਦਾ ਔਰ ਮਸੀਹ ਦੇ ਆਉਣ ਦਾ ਜ਼ਿਕਰ ਇੱਕੋ ਹੀ ਹਦੀਸ ਵਿੱਚ ਹੈ, ਔਰ ਬੜੀ ਤਵੀਲ ਹਦੀਸ ਹੈ ਮੁਸਲਿਮ ਸ਼ਰੀਫ ਦੀ। ਜੀ ਹਾਂ ਜੀ, ਨਵਾਸ ਬਿਨ ਸਮਾਨ ਦੀ ਤਰਫੋਂ ਇਹ ਪੇਸ਼ ਹੋਈ ਹੈ। ਬਿਲਕੁਲ। ਔਰ ਇਹਦੇ ਬਾਅਦ ਇੱਥੇ ਇਤਨੇ ਮੁਸ਼ਕਲ ਨੇ ਕਿ ਉਹਨਾਂ ਨੂੰ ਹੱਲ ਕਰਨਾ ਖਾਸਾ ਮੁਸ਼ਕਲ ਹੈ। ਬਾਅਦ ਗੱਲਾਂ ਨਾਰਮਲ ਜ਼ਿੰਦਗੀ 'ਚ ਉਸ ਤਰ੍ਹਾਂ ਨਹੀਂ ਹੁੰਦੀਆਂ। ਇਹਦੇ 'ਚ ਦੋਏ ਨਜ਼ਾਰੇ ਨੇ। ਇੱਕ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਆਪਣੀ ਜ਼ਿੰਦਗੀ 'ਚ ਹੀ ਕੁਛ ਹੋ ਰਿਹਾ ਹੈ, ਕਿਉਂਕਿ ਸ਼ੁਰੂ ਦੇ ਹਿੱਸੇ ਜਿਹੜੀਆਂ ਉਹ ਸਹਾਬਾ ਨੇ ਕਿਹਾ ਕਿ ਸਾਨੂੰ ਇੰਝ ਲੱਗਦਾ ਹੈ ਕਿ ਕਰੀਬ ਜਿਹੜੇ ਖਜੂਰਾਂ ਦੇ ਝੁੰਡ ਨੇ ਉਹਦੇ ਵਿੱਚ ਹੀ ਮੌਜੂਦ ਹੈ ਤੇ ਉਹ ਆ ਜਾਏਗਾ। ਉਹ ਕਿਸੇ ਖਾਸ ਵਜਦਾਨੀ ਕੈਫੀਅਤ ਵਿੱਚ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਇਹ ਸਾਰੀ ਗੱਲ ਬਿਆਨ ਫਰਮਾ ਰਹੇ। ਤਵੀਲ ਖੁਤਬਾ ਹੈ। ਵੈਸੇ ਨਾਰਮਲੀ ਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਬਹੁਤ ਲੰਬਾ ਕਲਾਮ ਨਹੀਂ ਹੈ ਕਰਦੇ, ਬਹੁਤ ਛੋਟੇ ਜੁਮਲੇ ਛੋਟੀਆਂ ਗੱਲਾਂ ਹੁੰਦੀਆਂ, ਲੇਕਿਨ ਇਹ ਬੜੀ ਦਿਲਚਸਪ ਗੱਲ ਹੈ ਕਿ ਇਹਦੇ 'ਚ ਆਪ ਨੇ ਉਹ ਸਾਰੀਆਂ ਗੱਲਾਂ ਯਕਜਾਈ ਤੌਰ ਤੇ ਬਿਆਨ ਫਰਮਾਈਆਂ। ਨਹੀਂ ਹੁਸੈਨੀ ਸਾਹਿਬ ਇਹ ਜਿਹੜਾ ਲਫ਼ਜ਼ ਇੱਕ ਵੇ ਨਾ ਵਿਜਦਾਨੀ ਕੈਫੀਅਤ, ਨਬੀ ਵਾਸਤੇ ਇਹ ਲਫ਼ਜ਼ ਇਸਤੇਮਾਲ ਨਹੀਂ ਹੋ ਸਕਦਾ। ਇਹ ਆਮ ਇਨਸਾਨ ਵਾਸਤੇ ਤੁਸੀਂ ਇਸਤੇਮਾਲ ਕਰ ਵਜਦ। ਇੱਕ ਮਿੰਟ ਮਾਜ਼ਰਤ ਠੀਕ ਹੈ। ਵਜਦ ਦੀ ਕੈਫੀਅਤ ਹੁੰਦੀ ਹੈ ਜਦੋਂ ਬੰਦੇ ਨੂੰ ਅਕਲ ਦੇ ਉੱਤੇ ਇਖਤਿਆਰ ਨਹੀਂ ਰਹਿੰਦਾ, ਤੇ ਇਹ ਨਬੀ ਦੀ ਸ਼ਾਯਾਨੇ ਸ਼ਾਨ ਨਹੀਂ ਕਿ ਉਹ ਅਕਲ ਤੋਂ ਆਰੀ ਹੋ ਜੇ। ਬਹਰਹਾਲ ਮੈਂ ਇੰਨਾ ਹੀ ਸਿਰਫ ਕਲਾਮ ਕਰਨਾ। ਨਹੀਂ ਵਜਦ ਜਿਹੜਾ ਹੈ ਉਹ ਵਜ੍ਹਾ ਦਾ ਹੈ, ਪਾ ਲੈਣਾ। ਤੇ ਜਿਸ ਵਕਤ ਅਸੀਂ ਵਜਦਾਨੀ ਕਹਿੰਦੇ ਆ ਤਾਂ ਉਹਦਾ ਮਤਲਬ ਹੈ ਕਿ ਅੱਲਾਹ ਤਾਲਾ ਨਾਲ ਮਿਲੀ ਹੀ ਇਹ ਗੱਲ। ਨਹੀਂ ਉਹ ਤੁਸੀਂ ਲੁਗਵੀ ਤੌਰ ਤੇ ਲੈ ਰਹੇ ਹੋ, ਲੇਕਿਨ ਇਹ ਇਸਤਲਾਹ ਜਿਹੜੀ ਹੈ ਤਸਵੁਫ ਦੀ ਹੈ। ਤੇ ਜਿਸ ਇਲਮ ਦੀ ਇਸਤਲਾਹ ਹੋਵੇ ਤੇ ਉਸੇ ਇਲਮ ਦੀ ਲੁਗਤ ਚਲੇਗੀ, ਨਾ ਕਿ ਕੋਈ ਹੋਰ ਲੁਗਤ। ਹਾਂ ਉਹ ਵੀ ਠੀਕ ਹੈ। ਜੇ ਕੋਈ ਲੁਗਤ ਦੇ ਉੱਤੇ ਗੱਲ ਕਰ ਰਿਹਾ ਹੋਵੇ ਤਾਂ ਫਿਰ ਉਹਦਾ ਪਾਬੰਦ ਹੋਏਗਾ। ਤੇ ਆਮ ਤੌਰ ਤੇ ਅਸੀਂ ਕਈ ਕਿਸਮ ਦੀਆਂ ਗੱਲਾਂ ਕਰਨੇ ਆ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਰਾਬਤਾ ਤੇ ਅੱਲਾਹ ਤਾਲਾ ਦੇ ਨਾਲ ਹਰ ਵਕਤ ਹੀ ਹੁੰਦਾ ਹੈ ਨਾ, ਤੇ ਉਹ ਉਸ ਵਜਦ ਦੇ ਆਲਮ ਵਿੱਚ ਹੀ ਹੁੰਦੇ। ਉਹਨੂੰ ਅੱਲਾਹ ਤਾਲਾ ਨੂੰ ਪਾ ਲਿਆ ਹੁੰਦਾ ਹੈ ਤੇ ਅੱਲਾਹ ਤਾਲਾ ਉਹਨਾਂ ਦੇ ਦਨਾਫਤ ਅੱਲਾ ਦੀ ਗੱਲ ਹੈ ਨਾ। ਉਹ ਹੈ ਵੇ ਕਿ ਇਹਨੂੰ ਮੇਰੀ ਮੌਜੂਦਗੀ 'ਚ ਹੁਸੈਨੀ ਸਾਹਿਬ ਨਾ ਹੀ ਇਹ ਲਫ਼ਜ਼ ਨੂੰ ਯੂਜ਼ ਕਰੋ, ਹਜ਼ੂਰ ਦੀ ਤਰਫ ਨਿਸਬਤ ਨਾ ਹੀ ਕਰੋ ਤੇ ਮੁਨਾਸਬ ਹੈ। ਹੋਰ ਇਹਦੇ ਮੁਤਬਾਦਲ ਕੋਈ ਹੋਰ ਲਫ਼ਜ਼ ਕੋਈ ਗੱਲ ਨਹੀਂ, ਇਹਨੂੰ ਡਿਲੀਟ ਕਰ ਦਿਓ। ਕੋਈ ਜੀ ਜਜ਼ਾਕੱਲਾ, ਸ਼ੁਕਰੀਆ। ਕੋਈ ਤੋ ਬਾਹਰ ਮਤਲਬ ਇਹ ਕਿ ਉਹ ਇਹ ਖਾਸ ਕੈਫੀਅਤ ਵਿੱਚ ਇਹ ਗੱਲਾਂ ਹੋ ਰਹੀਆਂ ਹੀ ਆ ਤੇ ਉਹਦੀ ਸਾਰੀ ਤਫਸੀਲ ਆ ਗਈ। ਤੇ ਉਹਦੇ ਬਾਅਦ ਅਗਲਾ ਹਿੱਸਾ ਤੇ ਨਹੀਂ ਪੜਿਆ, ਤੇ ਇਹਦੇ ਤੇ ਫਿਰ ਤੁਸੀਂ ਉਹਦੇ ਤੋਂ ਮਿਰਜ਼ਾ ਸਾਹਿਬ ਨੇ ਜਿਹੜੀਆਂ ਮੁਖਤਲਿਫ ਫੌਜੀਆਤ ਕੱਢੀਆਂ ਨੇ ਉਹਦਾ ਤੁਸੀਂ ਜ਼ਿਕਰ ਕੀਤਾ ਹੈ। ਤੇ ਉਹਦੇ ਵਿੱਚੋਂ ਉਹ ਇਤਨਾ ਲੰਬਾ ਹੈ ਕਿ ਉਹ ਸਾਰੀਆਂ ਗੱਲਾਂ ਦਾ ਜਵਾਬ ਤੇ ਮੇਰਾ ਖਿਆਲ ਇੱਕ ਵਕਤ ਮੁਮਕਿਨ ਨਹੀਂ ਹੋਏਗਾ। ਪਹਿਲੀ ਗੱਲ ਇਹ ਕਿ ਦਜਾਲ ਤੋਂ ਮੁਰਾਦ ਕੋਈ ਇੱਕ ਸ਼ਖਸ ਹੈ ਜਾਂ ਦਜਾਲ ਤੋਂ ਮੁਰਾਦ ਕੋਈ ਇੱਕ ਕੌਮ ਹੈ ਜਾਂ ਕੀ ਕੈਫੀਅਤ ਹੈ, ਇਹਦਾ ਤਯਨ ਕਰਨਾ ਇਹ ਹੈ ਨਾ ਗੱਲ ਬੇਸਿਕਲੀ। ਬਿਲਕੁਲ ਠੀਕ ਹੋ। ਇਹ ਹੈ ਨਾ ਗੱਲ। ਤਾਂ ਇਹਦੇ ਤੇ ਫਿਰ ਕਾਨੂੰਨ ਸਾਹਿਬ ਤੁਸੀਂ ਦੱਸੋ ਕੀ ਮੌਕਫ ਹੈ, ਕੀ ਕਹਿੰਦੇ ਹੋ ਤੁਸੀਂ? अस्सलाम वालेकुम जज़ाकल्लाह। ਸੈਨ ਸਾਹਿਬ ਸਭ ਤੋਂ ਪਹਿਲਾਂ ਤਾਂ ਦਜਾਲ ਦੇ ਮਾਨੀ ਵੇਖਾਂਗੇ ਕਿ ਦਜਾਲ ਦੇ ਮਾਨੀ ਕੀ ਨੇ। ਠੀਕ ਹੈ। ਫਿਰ ਅੱਗੋਂ ਇਹ ਵੀ ਵੇਖਾਂਗੇ ਕਿ ਉਹਦਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਪੇਸ਼ਗੋਈਆਂ ਦੇ ਤਹਿਤ ਅਗਰ ਦਜਾਲ ਨੂੰ ਵੇਖਿਆ ਜਾਏ ਤਾਂ ਦਜਾਲ ਕੀ ਬਣਦਾ, ਸ਼ਖਸ ਬਣਦਾ ਜਾਂ ਇੱਕ ਸਿਸਟਮ ਬਣਦਾ ਜਾਂ ਨਿਜ਼ਾਮ ਬਣਦਾ ਜਾਂ ਬਹੁਤ ਜ਼ਿਆਦਾ ਲੋਕਾਂ ਦੀ ਜਮਾਤ ਬਣਦੀ। ਦਜਾਲ ਦੇ ਮਾਨੀ ਜਿਹੜੇ ਨੇ ਉਹ ਕਾਜ਼ਬ ਸਖਤ ਝੂਠਾ ਵੀ ਨੇ, मालदार ख़जाना वाला भी ना, बड़ा ग्रोह जो अपनी कसरत से ज़मीन को ढांप ले, ऐसा ग्रोह जो अमवाले तजारत उठाए फिर। गोया दजाल के लघुई मानी ये बने कि एक कसीर तादाद जमात
جو تاجر پیشہ ہو، اپنا تجارتی سامان دنیا میں لیے پھرے، نہایت مالدار خزانوں والی ہو، جو تمام دنیا کو اپنی سیر و سیاحت سے قطع کر رہی ہو، ہر جگہ پہنچی ہو، گویا کوئی جگہ اسے خالی نہ رہی ہو، ایک نہایت ہی چھوٹے عقیدہ پر قائم ہو، جھوٹے عقیدہ پر قائم ہو، اور یہ تمام علامات مغربی ممالک کے مسیحی اقوام کے مذہبی رہنماؤں میں موجود ہیں۔ دجال اور قرآن و حدیث نبویہ، دجال اور قرآن کریم و حدیث نبویہ۔ نبی کریم صلی اللہ علیہ وسلم نے دجال کے فتنہ سے بچنے کے لیے سورہ کہف کی ابتدائی آیات پڑھنے کا ارشاد فرمایا ہے، اور سورہ کہف کی ابتدائی 10 آیات میں مسیحیت کا رد فرمایا گیا ہے۔ دجال دیا جویں انہوں نے مفتی صاحب نے حدیث پڑھ کے سنائی مسلم دی، دجال دا ذکر ہو جگہ تے بھی نا حسین صاحب، نبی کریم صلی اللہ علیہ وآلہ وسلم نے فرمایا کہ وہ دوہاں کناں دے درمیان بہت زیادہ فاصلہ ہوئے گا، وہ پانی چ جدوں دا گدا چلے گا تو دی کیفیت ہوئے گی، اور آسمان چ چلے گا اور وہ رفتار ہوئے گی۔ یہ ساریاں پیش گئیاں بھی دجال دے متعلق ہی نے۔ پھر ساریاں نو اساں ویکھنا کسے ایک نو تو نہیں اسی لے کے پھڑ سکدے نا کہ وہ ایک اکھ کہانی ہوئے گی، اسی صرف اس گل تو کہ وہ اکھ ہے تو وہ انسان ہی ہے، یا وہ تھلے کھوتا ہوئے گا یا گدا ہوئے گا، تو اس تو انسان ہی وہ سسٹم نہیں ہو سکتا۔ اور پھر ایڈا وڈا گدا اور وہ ایڈا وڈا انسان، وہ انسان کڈا وڈا ہوئے گا، یہ ساریاں چیزاں بھی ویکنیاں پین گیاں۔ تو یہ ساریاں چیزاں تو معلوم ہوں کہ انسان نہیں، یہ ایک سسٹم ہی۔ اور وہ گدھا جو ہے وہ آگ کھائے گا، اور اس کے پیٹ کے اندر سواریاں بیٹھیں گی۔ تو دوسرا حسینی صاحب، یہ آپ نے وجدانی بات کر کے نا یہ گستاخی کی ہے۔ اچھا جی، تسی مدینے دے کیلیاں دی گل کر لیا کرو، خیر ہے، اور بہت زیادہ مقام ہائی ہوندا ہے، وہ مقام دی گل ہے۔ مدینے کے کیلے کھانے کو جی کرتا ہے، بلکہ وہ کھانے کے لیے نہیں ہوتے۔ کہڑے پاسے ٹر پے ہو؟ جڑا مضمون ہے وہ طرف ہی رہو۔ میں ویسے ہی کہہ رہا تھا کہ وہ گل یہ ہے کہ مدینہ شریف دے کیلے ہی نہیں، مدینہ شریف دے انار امب ساریاں چیزاں ہی مدینہ شریف دیاں اچھیاں نے، ہاں سب کچھ ہی اچھا ہے۔ کانو صاحب نے بڑی اچھی بات کی ہے جو ایکسپلین کیا دجال کا۔ ٹھیک ہوگی بات، ٹھیک ہے۔ تو مطلب یہ دو ہیں موقف بیسیکلی۔ ایک یہ ہے کہ اس سے مراد جتنی بھی باتیں بیان ہوئی ہیں دجال کے متعلق، اسے ایک انسان سمجھا جائے اور مرد سمجھا جائے۔ مجھے یاد پڑ رہی ہے کہ اس پہ مفتی صاحب زور دے رہے تھے، مجھے پوچھ رہے تھے کہ ناس سے کیا مراد ہے اور مرد ہے اس میں یا نہیں، یا کسی بات پہ وہ خاص طور پہ فوکس کر رہے تھے، شاید اس میں کوئی لفظ ہے میں بھول گیا ہوں، لیکن ان کا فوکس یہی تھا کہ اس سے مراد انسان ہے اور مرد ہے، عورت نہیں ہے۔ مفتی صاحب ٹھیک میں کیا سمجھاؤں آپ کے متعلق بات یا نہیں؟ جی وہ مرد ہی ہے نا، مطلب میں جو سمجھاؤں آپ کے کہنے کے مطابق حدیث کے اندر مرد کا ذکر ہے، انسان کا ذکر ہے۔ ٹھیک ہوگی بات، ٹھیک۔ تو بہرحال جو بعض دفعہ کسی گروہ کے اوپر بھی یہ لفظ بولا جا سکتا ہے واحد کے طور پر، اور یا ایک شخص پہ بولا جا سکتا ہے۔ اس طرح کی بھی کیفیت ہوتی ہے نا کہ جس کو کہتے ہیں اسم جنس کے طور پہ لے لیا جائے کسی کو، سارے ناس میں لوگ ہی آتے ہیں، اکیلا ایک واحد نہیں آتا۔ ہاں جی، ناس جمع کا ہی صیغہ ہے نا۔ ہاں نہیں، ناس تو جمع کا صیغہ ہے، لیکن بات یہ ہے کہ جو دجال ہے نا لفظ، اس سے مراد ایک شخص یا بہت سارے لوگ مل کے اور ان کا نام دجال ہو جائے۔ یہ دونوں باتیں ممکن ہیں، دجال قوم یا دجال شخص۔ تو کیا یہ ممکن ہے ایسا کہنا یا نہیں کہا جا سکتا؟ مطلب دجال ایک کیفیت کا نام ہے جس کی بہت ساری سمٹمز بیان ہوئی ہیں کہ اس کے اندر یہ چیزیں ہوں گی، اور اس میں دونوں باتیں رسول اللہ نے بیان فرمائی ہیں کہ ایک تو یہ کہ وہ میری زندگی میں ہی ظاہر ہو جائے، اور ایک یہ کہ بعد میں ظاہر ہو۔ اور ایک اور بات بھی میرے ذہن میں آئی ہے، وہ یہ کہ دجال کے متعلق غالباً کچھ اور باتیں بھی ہیں، اور بھی حدیثیں ہیں، اور حضور نے کسی ایک شخص کو بھی دجال قرار دیا تھا۔ جی عبد الغزی بن قطن کے ساتھ مشابہت دی ہے۔ نہیں کوئی اور بندہ بھی تھا
یہ دیکھیں اسی یہ اسی اس حدیث میں نا اسی یہ حدیث اس میں وہ ٹھیک ہے، اس حدیث میں یہی نام دیا ہے، لیکن ایک اور حدیث میں میرا خیال ہے ایک اور بندہ تھا جس کے متعلق یہ بات کہی گئی تھی، وہ مفتی صاحب کو پتہ ہوگا، ابن سیاد ابن سیاد بالکل، جی، اسی اور بعد حدیث میں وہ میں مسلمان بھی ہو گیا تھا سن صاحب۔ ہاں اسی حدیث میں فرمایا گیا کہ البتہ دجال تو جوان گنگریالے بالوں والا ہے، اس کی ہاں آنکھ میں ٹینٹ ہے، گویا کہ میں اس کی مشابہت دیتا ہوں عبد الغزی بن قطن کے ساتھ، یہ ہاں ہاں کافر تھا۔ بالکل بالکل بالکل، وہ اس میں یہی ہے، ٹھیک ہے یہ بات۔ تو پھر حسینی صاحب ایک گروہ کو یا یا ایک سسٹم کو ایک بندے کے ساتھ کیسے مشابہت دی جا سکتی ہے؟ مطلب یہ تو اپنی مرضی ہے، کوئی آدمی اس پہ قیام کرے، وہ کہے نہیں جی ایک ہی بندہ ہے، ہم نے اس کے اندر ہی یہ ساری علامتیں دیکھنی ہیں، اور اس سے مراد زیادہ بندے یا کوئی گروہ نہیں ہو سکتا، کوئی سسٹم نہیں ہو سکتا جو اس طرح کی کیفیت پیدا کرے کہ لوگوں کا رزق بند کر دے یا روزوں کا رزق کھول دے، یا جانور جو ہیں وہ بہت دودھ دینے والے ہوں وغیرہ، کافی ساری چیزیں ہیں، ان کو دوبارہ پڑھنے کی بھی ضرورت ہے، وہ ساری تو ذہن میں رہی نہیں، تو اس میں اطلاق کر کے دیکھنا ہے کہ ایک بندے پہ ہوتا ہے کہ نہیں ہوتا، یا زیادہ پہ ہوتا ہے، اور کیا زیادہ لینے سے کوئی کفر لازم آ جائے گا، یہ مطلب موقف ہے نا، تو اگر کوئی موقف لیتا ہے تو اس کے اوپر بحث کر لیں، بات کر لیں، ضرور کیوں نہیں۔ تو ان کا موقف تو اس سے مراد یہ جو تشریحیں آپ نے پڑھی تھیں اس کی یہ لغت سے پڑھی ہیں، کہاں سے پڑھی ہیں آپ نے؟ جو دجال کے متعلق آپ نے ایک باتیں پڑھی ہیں کہ دجال سے یہ مراد یہ کس نے لیا؟ یہ مرزا صاحب کی کتابیں تھیں جناب، جو میں نے لغت سے، لسان العرب سے، نہیں انہوں نے لسان العرب سے یہ میں نے پڑھے تھے دجال دجال کے کے معنی۔ متعلق کو باتیں پڑھی تھی، وہ میرا خیال ہے مرزا صاحب کی کتاب نہیں تھی، کچھ اور بات تھی، وہ کیا میں نے یہ لسان العرب سے دجال کے جو معنی آپ کو بتائے تھے۔ اچھا ٹھیک ہے، یہ لسان العرب کیا چیز ہے؟ یہ عربی زبان کے جو ڈکشنری ہے۔ اچھا پرانی کتاب ہے یہ، جی ٹھیک ہوگی بات۔ تو مطلب یہ ہے کہ ان کے مطابق بھی اس کو تشبیہ مختلف چیزوں سے دی جا سکتی ہے، شاید انہوں نے اس سے فائدہ اٹھا کے اس طرف ٹینڈ کر گئے۔ تو آگے چلتے ہیں پھر، مطلب اگر یا تو اسی پہ فیصلہ حسینی صاحب اچھا یہاں پہ تھوڑا سا میں نے عرض کرنا ہے حسینی صاحب، اگر اجازت ہو تو۔ جی بسم اللہ پڑھیے۔ اچھا گزارش یہ ہے کہ پہلے تو بات انہوں نے یہ کی ہے کہ لغت کے اندر سے یہ ہم ترجمہ تلاش کریں گے۔ شریعت کا قاعدہ کلیہ یہ نہیں ہے کہ شریعت کے الفاظ کو لغت کے اندر سے اس کے معنی مفہوم تلاش کر کے تو پھر اس کو جناب آپ بیان کریں۔ یہاں پہ میں ایک قاعدہ پیش کر دیتا ہوں، یہ علم منطق کی کتاب ہے میرے پاس، تسہیل المنطق، اور اس کا صفحہ نمبر 26 اور 27 ہے۔ یہاں حسینی صاحب یہ کنہوں نے لکھی ہے کتاب، یہ بھی پوچھ لیں۔ جی کس نے لکھی کتاب؟ حسینی صاحب ان کو کہیں کہ یہ لکھتے رہیں، جب میں بات کر لوں، میں نے بھی لکھ لی ہیں یہ ساری چیزیں، نوٹ بنا لیں، پوچھتے رہیں، ٹھیک ہے، بعد میں ایک دفعہ ہی پوچھ لینا، یہ طریقہ ہوتا ہے۔ ٹھیک ہوگا۔ میں نے تو نہیں بیچ میں بولا، کوئی ٹوکا تو نہیں ہے میں نے؟ کوئی نہیں، خیر ہے، اگر اس طرح بھی ہو جائے تو بھی کوئی عرض نہیں، اس کو بھی برداشت ہم کر سکتے ہیں، درمیان میں بھی بات دوستانہ ماحول میں بات ہو رہی ہے، کون سا ہم نے کوئی ایک دوسرے کا سر پھاڑنا ہے، ضروری تو نہیں ہے، کوئی عرض نہیں، ٹھیک ہے۔ جی اچھا فرماتے ہیں کہ لفظ متکثر المعنی وہ لفظ مفرد ہے جس کے بہت سے معنی ہوں، اس کی پھر آگے 4 قسمیں بنتی ہیں، یا مشترک ہوگا، یا منقول ہوگا، یا حقیقت ہوگی، یا مجاز ہوگا۔ یہاں پہ منقول کو میں صرف لیتا ہوں، بقایا سب کو میں سکپ کر رہا ہوں۔ منقول وہ مفرد ہے جسے واضح نے ابتدا میں تو ایک معنی کے لیے وضع کیا ہو، پھر بعد میں کسی دوسرے معنی کے لیے استعمال کیا جانے لگا ہو، اور دوسرے معنی میں اس کا استعمال اس طرح مشہور ہو گیا ہو کہ اس کا پہلا معنی موضوع ہو بالکل چھوڑ دیا گیا ہو۔ ناقل کے اعتبار سے منقول کی 3 قسمیں بنتی ہیں، منقول شرعی، منقول عرفی، منقول اصطلاحی۔ منقول شرعی اگر ناقل ارباب شرع ہوں تو اسے منقول شرعی کہتے ہیں، جیسے لفظ صلاح ہے، اس کا لغوی معنی تو دعا ہے، لیکن شارع کے نزدیک صلاۃ ارکان مخصوصہ کو کہتے ہیں۔ دجال کا لغوی معنی تو جھوٹا ہے،
لیکن شارع نے اس کو ایک فرد واحد کے لیے بیان کیا ہے، وہی مراد ہوگا۔ آگے دوسری قسم ہے منقول عرفی۔ اگر ناقل عرف عام والے ہوں تو اسے منقول عرفی کہتے ہیں۔ جیسے لفظ دابہ کا لغوی معنی تو ہر وہ جانور ہے جو زمین پر رینگ کر چلے، لیکن عرف عام میں گھوڑوں اور چوپایوں کو بھی دابہ کہتے ہیں، جیسے وہ قیامت کی ایک نشانی ہے دابۃ الارض۔ اچھا، اب ایک ہوتا ہے منقول اصطلاحی۔ اگر ناقل ایک مخصوص طبقہ اور گروہ ہوں تو اس کو منقول اصطلاحی کہتے ہیں۔ جیسے لفظ اسم کا لغوی معنی بلندی اور علو ہے، لیکن نحویوں کے نزدیک اسم وہ کلمہ ہے جو تنہا اپنا معنی دے اور کوئی زمانہ بھی اس میں نہ پایا جائے۔ اب یہاں پہ ہمارا جو موضوع ہے وہ ہے منقول شرعی۔ تو شریعت کے جو معنی شارع نے مراد لیے ہیں وہی معنی مراد ہوں گے، نہ کہ بعد والے لوگ ان کو اپنے لغت کے اندر سے تلاش کرنا شروع کر دیں اور کہیں کہ دیکھو جی قرآن کا یہ لفظ ہے تو اس کا لغت یہ ہے، یا یہ حدیث ہے تو اس کی لغت یہ ہے۔ یہاں پہ لغت کے اوپر گفتگو نہیں ہوتی۔ اچھا جی، اگلی بات تھی، کہہ رہے ہیں جی اور بھی حدیثیں ہیں کہ اس کے کانوں کے درمیان فاصلہ ہوگا، تو وہ حدیثوں کے اندر ہے، وہ کون سی حدیثیں ہیں جی؟ وہ ساری حدیثیں ہمیں بتائیں، کس کتاب میں ہے، کون سا اس کا رقم الحدیث ہے، اور پوری حدیث یہاں پر ڈسکس کریں۔ اگلی بات انہوں نے کی کہ مدینے کے کیلے، تو یہاں پہ میں قادیان کے کیلے بھی بتا دیتا ہوں۔ سیرت المہدی ہے، صفحہ نمبر 214 ہے، اور قادیانیوں کی حدیث نمبر 1350 ہے۔ برکت بی بی صاحبہ اہلیہ حکیم مولوی رحیم بخش صاحب مرحوم کسی ساکنہ قادیانی تلون نے آج تک مدینے کے کیلے لینے اور دینے پہ کبھی گفتگو نہیں کی، نہ اس پہ ویڈیو بنائی ہے مدینے میں بیٹھ کے۔ اگر بنائی ہے تو وہ ویڈیو پیش کر دیں کہ کہا ہو کسی کو، سرکاری مسلمان کو، یہ قادیان کے کیلے ہیں، یہ کھانے کے لیے نہیں استعمال ہوتے بلکہ دینے کے لیے استعمال ہوتے ہیں۔ ہم نے قادیان کے کیلوں کو اجاگر کیا، جیسے آپ نے مدینے کے کیلوں کو مدینے کی زمین میں بیٹھ کے کہا لوگوں کو یہ کھانے کے لیے نہیں بلکہ دینے کے لیے ہوتے ہیں۔ پھر ہوں سن لو مفتی صاحب کی بھی گل پوری ہون دیو۔ جی مفتی صاحب۔ اچھا جی، تو ساکنہ تلونڈی نے بواسطہ لجنہ اماء اللہ قادیان بدریہ تحریر بیان کیا کہ ایک دن حضرت صاحب یعنی آپ لیٹے ہوئے تھے اور میں پیر دبا رہی تھی۔ یہ جو برکت بی بی مولوی رحیم بخش کی جو اہلیہ تھیں وہ فوت ہو گئے تھے، اور غالباً جس کا شوہر فوت ہو جائے اس کو رنڈی کہتے ہیں۔ تو یہ نا پیر دبا رہی تھیں، تو کئی طرح ایک منٹ ٹھہریں، یہ کیا نام لیا آپ نے؟ رحیم بخش؟ برکت بی بی برکت بی بی رحیم بخش کی بیوی ہیں؟ ہاں، مولوی بھی ساتھ لگائیں، مولوی رحیم بخش صاحب کی بیوہ ہیں، وہ فوت ہو گئے تھے اس وقت جب وہ پیر دبا رہی تھی اس وقت فوت۔ یہ اس میں ہے تحریر میں یا کوئی اور؟ ہاں وہ مرحوم لکھا ہوا ہے نا آگے۔ ٹھیک ہے، رحیم بخش صاحب مرحوم، ٹھیک ہے، تو ان کی بیوہ ہو گئی۔ اچھا، کئی طرح کے پھل، لیچیاں اور کیلے، انجیر اور خربوزوں میں سے آپ نے مجھے بہت سے دیے۔ ٹھیک بات۔ اچھا، تو جب یہ کیلے دیے تو میں نے ان کو بہت سنبھال کر رکھا کہ یہ بابرکت کیلے ہیں، ان کو میں گھر لے جاؤں گی تاکہ سب کو تھوڑا تھوڑا کیلا بطور تبرک کے دوں۔ جب میں جانے لگی تو حضور نے اماں جان کو فرمایا کہ برکت بی بی کو وائی برنم دے دو، اس کے رحم میں درد ہے۔ ایکسٹریکٹ وائی برنم لیکوڈ ایک دعا رحم کی اصلاح کے واسطے ہوتی ہے۔ یہ مجھے یاد نہیں کہ کس نے دعا لا کر دی۔ حضور نے 10 قطرے اندر ڈال کے بتایا کہ اس طریقے سے گھر جا کے لینا، تو میں پھر جا کے لیتی رہی۔ اچھا جی، اگلی بات انہوں نے کی ہے، ابن سیاد مسلمان ہو گیا تھا۔ میرا تو خیال ہے یہ جڑی گل ہے کیلے اور وائی برنم اور رحم اور رحیم بخش، یہ تے بحث کر لیے، ہوں باقی گل نو چھڈ دیے۔
ਨਹੀਂ ਉਹ ਅਗਲੀਆਂ ਗੱਲਾਂ ਲਿਖੀਆਂ ਨੇ, ਉਹ ਥੋੜੀ ਜੀ ਉਹ ਮੈਂ ਗੱਲ ਕਰ ਲਾਂ ਇਸ ਦਾ ਅਗਰ ਮਜ਼ਮੂਨ ਨਹੀਂ ਵਿੱਚ- ਇਜਾਜ਼ਤ ਅਗਰ ਹੋਏ ਤੇ ਅਜੇ 2 ਗੱਲਾਂ ਰਹਿੰਦੀਆਂ ਨੇ ਮੇਰੀਆਂ। ठीक है। अच्छा जी, इब्ने सियाद मुसलमान हो गया था, ये कहाँ पे लिखा है वो भी जरा बताइएगा। अच्छा जी, ये जो कह रहे हैं जी लिसानुल अरब से मैंने पढ़ा है, लिसानुल अरब का हवाला चाहिए जहाँ से इन्होंने लुगत पढ़ी है, क्योंकि उसी के अंदर दज्जाले मारूफा का भी लिखा हुआ है जी। मेरी बात कंप्लीट हुई। ठीक हो गई गल। ਹੁਣ ਮਜ਼ਾਮੀਨ ਤੋਂ ਇੱਕ ਜਿਹੜਾ ਨਿਕਲਦੀ ਆਉਂਦੀ ਹੈ ਉਹ ਹਰ ਜਿਹੜਾ ਜਿਹੜੀ ਹੈ ਉਹ ਇੱਕ ਖੁਦ ਉਨਵਾਨ ਬਣ ਜਾਂਦੀ ਹੈ। ਉਹਦੇ ਤੋਂ ਨਿਕਲ ਕੇ ਹੁਣ ਅਸੀਂ ਦੇਖਣਾ ਹੈ ਕਿ ਉਹ ਲਿਸਾනුਲ ਅਰਬ ਕੀ ਚੀਜ਼ ਹੈ, ਉਹ ਲਿਸਾනුਲ ਅਰਬ ਨੂੰ ਕਿਆ ਕਿਤਾਬ ਦੇ ਤੌਰ ਤੇ ਮੰਨਣਾ ਚਾਹੀਦਾ ਹੈ ਜਾਂ ਨਹੀਂ, ਉਹਦੇ 'ਚ ਲਿਖੀਆਂ ਗੱਲਾਂ ਕੋ ਮੁਤਬਰ ਹੋ ਸਕਦੀਆਂ ਨੇ ਕਿ ਨਹੀਂ ਹੋ ਸਕਦੀਆਂ, ਜਾਂ ਉਹਦੇ ਤੋਂ ਇਸਤਫਾਦਾ ਕੀਤਾ ਜਾ ਸਕਦਾ ਹੈ ਕਿ ਨਹੀਂ। ਸ਼ਰੀਅਤ ਨੇ ਮਨਾ ਤੇ ਨਹੀਂ ਕੀਤਾ ਉਸ ਕਿਤਾਬ ਦੇ ਪੜ੍ਹਨ ਤੋਂ। ਇਹ ਗੱਲਾਂ ਵੀ ਦੇਣ 'ਚ ਰੱਖਣੀਆਂ ਪੈਣਗੀਆਂ। ਔਰ ਦੂਸਰੀ ਗੱਲ ਇਹ ਹੈ ਕਿ ਇਹ ਫਿਰ ਇਤਨਾ ਮਜ਼ਮੂਨ ਸਕੀਲ ਹੋ ਜਾਂਦਾ ਹੈ ਕਿ ਬੇਸਿਕਲੀ ਆਮ ਆਦਮੀਆਂ ਦੇ ਵਾਸ ਦੀ ਗੱਲ ਨਹੀਂ, ਇਹ ਸਿਰਫ ਉਲਮਾ ਦੇ ਅੰਦਰ ਹੀ ਗੱਲ ਹੋਣੀ ਚਾਹੀਦੀ ਹੈ। ਜਿਹੜੇ ਫਾਜ਼ਲ ਹੋਵਣ ਉਹ ਦੀਨ ਦੀਆਂ ਗੱਲਾਂ ਕਰਨ, ਉਹ ਹਦੀਸਾਂ ਆਪਸ ਵਿੱਚ ਪੜ੍ਹ ਕੇ ਤੈਅ ਕਰਕੇ ਤੇ ਜਿਤਨੀ ਗੱਲ ਮੁਨਾਸਬ ਸਮਝਣ ਉਹ ਕਿਸੇ ਆਵਾਮ ਨੂੰ ਦੱਸ ਦੇਣ, ਨਹੀਂ ਤੇ ਨਾ ਵੀ ਦੱਸਣ ਤਾਂ ਵੀ ਕੋਈ ਹਰਜ ਨਹੀਂ। ਇਸ ਤਰਫ ਚਲਾ ਜਾਂਦਾ ਹੈ। ਤੇ ਜੇ ਆਮ ਆਦਮੀਆਂ ਨੂੰ ਸ਼ਾਮਲ ਕਰਨਾ ਹੈ ਤੇ ਫਿਰ ਗੁਫ਼ਤਗੂ ਨੂੰ ਜ਼ਰਾ ਸਹਿਲ ਰੱਖਣਾ ਪਏਗਾ ਤੇ ਉਹਦੇ 'ਚ ਉਹਦੇ ਆਮ ਲਫ਼ਜ਼ਾਂ ਦਾ ਉਰਫ ਆਮ ਵਿੱਚ ਹਦੀਸ ਤੋਂ ਮੁਰਾਦ ਇਹ ਹੈ ਕਿ ਰਸੂਲੁল্লাਹ ਸੱਲੱਲਾਹੁ ਅਲੈਹਿ ਵਸੱਲਮ ਆਪਣੀ ਉਮਤ ਦੇ ਸਾਰੇ ਹੀ ਬੰਦਿਆਂ ਨਾਲ ਗੱਲ ਕਰ ਰਹੇ ਤੇ ਉਹ ਸਾਰੇ ਹੀ ਉਹਨੂੰ ਸਮਝਣ ਦਾ ਹੱਕ ਰੱਖਦੇ ਨੇ, ਸੁਣਨਗੇ ਸਮਝਣਗੇ, अपनी फहम के मुताबिक ले लें। हुसैनी साहब इसी हदीस के आखिर में जो 4 दफा नबीउल्लाह का लफ्ज इस्तेमाल हुआ, हाँ जी वो आया, जिक्र आया, वो भी आया बिल्कुल। हाँ जी, तो उसके मुतल्लक क्या ख्याल है? मुतल्लक भी कर लेने पहले दज्जाल तो तय कर लईए। ये बड़ा अच्छा होया तुसी बयान कीता है, ਉਹਦੇ 'ਚ ਤਰਤੀਬ ਦੇ ਲਿਹਾਜ਼ ਨਾਲ ਪਹਿਲੇ दज्जाल ਦੀ ਤਲਾਸ਼ ਕਰਨੀ ਹੈ ਜਾਂ ਪਹਿਲੇ ਮਸੀਹ ਦੀ ਤਲਾਸ਼ ਕਰਨੀ ਹੈ? ਦਜਾਲ ਦੀ ਕਰ ਲਓ, ਮਸੀਹ ਆਪੇ ਲੱਭ ਜਾ ਜੀ। ਦਜਾਲ ਦੀ ਕਰ ਲਓ, ਮਸੀਹ ਦਜਾਲ ਦੇ ਨਾਲ ਹੀ ਨਾ, ਮਸ਼ਰੂਤ ਨੇ ਇੱਕ ਦੂਜੇ ਨਾਲ, ਮਤਲਬ ਦੋਵਾਂ ਨੇ ਇਕੱਠੇ ਹੀ ਆਉਣਾ ਹੈ। ਹਾਂ ਮਸ਼ਰੂਤ ਨੇ ਨਾ। ਅੱਛਾ ਮਸ਼ਰੂਤ ਨੇ, ਠੀਕ ਹੈ। और दजाल तक होता भी थे, उन्हें भी तो ਹਾਂ ਜੀ दजाल ਉਹ ਵੀ के नाम ਮਸ਼ਰੂਤ। ही ਹੁਣ ਇਹਨਾਂ ਮੁਫਤੀ ਸਾਹਿਬ ਨੇ ਕਾਫੀ ਸੌਰੀ ਅੱਛਾ ਮੁਫਤੀ ਸਾਹਿਬ ਇਹ ਜਿਹੜਾ 1 ਮਿੰਟ ਦਾ ਰੱਖ ਮੁਫਤੀ ਸਾਹਿਬ, ਇਹ ਜਿਹੜੇ ਦਜਾਲ ਦੇ ਗਧੇ ਦੀ ਗੱਲ ਹੈ ਉਹ ਵੀ ਇਸੇ ਦਾ ਹਿੱਸਾ ਹੈ? नहीं जी, वो खरु दज्जाल वो अलग है, ਉਹ ਅਲੱਗ ਚੀਜ਼ ਹੈ। ਅੱਛਾ ਠੀਕ ਠੀਕ। ਇੰਜ ਕਰ ਲੋ ਕਿ ਮੈਂ ਨਾ ਚੀਜ਼ਾਂ ਨੋਟ ਕਰਦਾ ਜਾਣਾ ਵਾ ਪਿਆ ਤੇ ਉਹ ਫਿਰ ਤਰਤੀਬ ਨਾਲ ਹਰ ਚੀਜ਼ ਦਾ ਜਵਾਬ ਮੈਂ ਆਪਣੇ ਟਾਈਮ ਤੇ ਦੇ ਦਿਆਂਗਾ, ਜਿੰਨੇ ਗੱਲ ਕਰ ਸਕਦਾ ਹੈ ਆਜ਼ਾਦ ਹੈ। ਠੀਕ ਹੈ ਜੀ ਸੈਣੀ ਸਾਹਿਬ ਆਪਣਾ ਇਹਨਾਂ ਨੇ ਕਾਫੀ ਗੱਲਾਂ ਕੀਤੀਆਂ ਕਿ ਜੀ ਲੁਗਤ ਤੋਂ ਮਾਨੇ ਨਹੀਂ ਲੈਣੇ ਤੇ ਮਾਨੇ ਲੈਣੇ ਨੇ ਸ਼ਰੀ ਮਾਨੇ ਕਿੱਥੇ ਲਿਖੇ ਨੇ ਜੀ? ਦਜਾਲ ਦਿਓ ਸਾਨੂੰ ਲਿਆ ਕੇ ਵਹਾ ਦਿਓ, ਕਿਹੜੀ ਹਦੀਸ ਦੇ ਵਿੱਚ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਸ਼ਰੀ ਮਾਨੇ ਲਿਖੇ ਨੇ कि ये दज्जाल के शरी मानी हैं, मीठे मीठे नन्हे नन्हे मदनी भाइयों, ये आपने बयान करने हैं, लुगत की तरफ आपने नहीं जाना नन्हे मुन्ने भाइयों। वही कहाँ लिखे हुए हैं ये मानी और कहाँ पे ये असूल लिखा हुआ है? जी फलां किताब में लिखा हुआ है। वो किताब लिखने वाला कौन है वो मुझसे कल पूछ लेना, आज बताओ, अभी बताओ। किताब का नाम बता दिया, सारा कुछ बता रहे हो और उसके लिखने वाले का नाम नहीं बता रहे। अजीब इंसान हो भैया आप, अजीब हरकतें हैं। जबरदस्त, गुड गुड, शाबाश। वो अभी बताओ। और ये कहाँ पर लिखा हुआ है जी लुगत से मानी नहीं लेने? कुरान करीम का जब कोई तर्जमा कर रहा था वो लुगत से लेकर माने कर रहा था या कि वो शरी माने लेकर कर रहा था? और शरी मानों वाली जो डिक्शनरी है वो हमें ला दें, वो कहाँ पर है, ताकि हम उस शरी माने वाली जो डिक्शनरी है ना, जो शरीयत के माने लिखे हुए हैं, वहाँ से आपको बताएं। जी दज्जाल को सिस्टम नहीं कहना, दज्जाल को कहना है वो एक शख्स है। अच्छा जी, बड़ी खुदाई सफ़ात हैं उसके पास, खुदा ने उसको सारी सफ़ात दज्जाल को दे दी हुई हैं, जबकि अल्लाह ताला कहता है कि खुदा के अलावा ये सफ़ात किसी के पास नहीं है। दज्जाल अब ये जो हदीस इन्होंने हुसैनी साहब बयान की है उसमें दज्जाल की कितनी सिफ़ात है कि दज्जाल जिस जगह से गुजरेगा ना और जिस ज़मीन को कहेगा अपने ख़जाने निकालो, वो ख़जाने निकाल देगी। इस तरह कभी हुआ है तारीख में कि किसी इंसान ने किसी वीराने से गुजरा और कहा जी कड्डो खजाने कड्डो, और सारे खजाने वो निकलने शुरू हो जाएं बाहर? क्या नबी पाक सल्लल्लाहु अलैहि वसल्लम के लिए ये हुआ था? किसी नबी के लिए, अफजल से अफजल तरीन नबी भी ये कर सका है?
کہ اس نے کہا ہو زمین سے کہ نکالو خزانے اور سارے خزانے نکلنے شروع ہو گئے ہوں؟ کوئی ایک مثال دے دیں. اب بھی یہ سسٹم نہیں ہے. اور آج دنیا میں کون سا خزانہ ہے جو انسانیت نہیں نکال رہی، لوگ نہیں نکال رہے؟ کیا وہ سارے خزانے مسلمان نکال رہے ہیں یا عیسائی قومیں نکال رہی ہیں؟ یہ بھی بتا دیں. آئل ریزرو سے لے کر معدنیات، کوئی بھی دنیا کی بڑی سے بڑی معدنیات ہے، ان پر آج کس کا کنٹرول ہے؟ وہ خواہ کسی بھی ملک میں ہو، دنیا کے کسی کونے میں بھی ہوں، اس پر کنٹرول کون کر رہا ہے؟ مسلمان کر رہے ہیں، مفتی صاحب کر رہے ہیں. یہ نشانی تھی. جو اس کے بعد کہا ہے جی وہ جس کو چاہے گا غریب کر دے گا، جس کو چاہے گا غنی کر دے گا. اس کے پاس روٹیوں کے جو پہاڑ ہوں گے، خوراک کی وہ پہاڑ لے کر اپنے ساتھ چل رہا ہوگا. کیا ایک شخص تھا؟ پھر نبی پاک صلی اللہ علیہ وآلہ وسلم کا اپنی زندگی میں ابن سیاد کو دجال قرار دینا، کیا اس وقت اس کے پاس یہ سارا کچھ تھا؟ وہ زمین کو کہہ رہا تھا کہ خزانے نکالو، زمین خزانے نکال رہی تھی. اس کے پاس یہ روٹیوں کا پہاڑ تھا کہ جس کو وہ چاہتا تھا غنی کر دیتا تھا، جس کو چاہتا تھا وہ غریب کر دیتا تھا. کیا وہ ساری باتیں جو مسلم کی حدیث میں لکھی ہوئی ہیں، ابن سیاد وہ باتیں پوری کر رہا تھا؟ پھر اس کو کیوں دجال کہا گیا جی؟ اس نے تو کوئی بھی ایسی چیز ظاہر نہیں کی گئی، صرف اس کے جھوٹا ہونے کی وجہ سے اس کو دجال کہا گیا تھا. پھر کہتے ہیں جی مانی نہیں لینے لغت کے. دکھائیں کہاں پر ابن سیاد نے وہ سارے معجزے دکھائے یا وہ ساری باتیں ابن سیاد نے پوری کی جو حدیث میں لکھی ہوئی ہیں، جس طرح نبی پاک صلی اللہ علیہ وسلم نے فرمایا ہے کہ دجال یہ بھی کرے گا، دجال یہ بھی کرے گا، دجال یہ بھی کرے گا. یہ تو ایک مسلم کی حدیث ہے نا، اس پر ہی غور کر لے بندہ تو آنکھیں جو ہوتی ہیں نا وہ کھل جاتی ہیں اور سچائی سامنے واضح ہو جاتی ہے. لیکن انسان نے غور نہ کرنی ہو اور بغض احمدیت میں یا کسی کے بھی بغض میں بس پاگل ہو جائے تو وہ جو مرضی کرتا رہے. اس کو تو نہیں ہم سمجھا سکتے. پھر اسی حدیث میں لکھا ہوا ہے کہ وہ انسان کو 2 ٹکڑے کرے گا اور پھر اس کو کہے گا کہ کھڑا ہو جا، اور وہ کھڑا ہو جائے گا. کیا ابن سیاد نے یہ کیا تھا؟ اس کو کیوں نبی کریم صلی اللہ علیہ وسلم نے دجال کہہ دیا تھا؟ اور یہ خدائی صفت نہیں ہے. خدا تو قرآن کریم میں کہتا ہے وہی مارتا ہے، وہی زندہ کرے گا. سورۃ بقرہ میں بھی یہ کہتا ہے، اور بھی بے شمار صورتیں ہیں جن میں اللہ تعالیٰ یہ گواہی دیتا ہے کہ وہی مردہ کرتا ہے، وہی مار سکتا ہے، وہی زندہ کر سکتا ہے. یہ اسی کا اختیار ہے. کیا دجال خدا تعالیٰ کی صفات سے بڑھ کر صفات رکھے گا؟ پھر خدا تعالیٰ کہتا ہے کہ جو مردہ ہیں وہ واپس نہیں آتے. مثال کے طور پر اگر کوئی کسی کو قتل کر دیتا ہے تو خدا تعالیٰ کا یہ کہنا ہے کہ جو مردہ ہے، جو ختم ہو چکا ہے، وہ واپس نہیں آئے گا. سورہ یاسین میں اللہ تعالیٰ فرماتا ہے، سورۃ مومنون میں فرماتا ہے، اور بھی بے شمار صورتیں ہیں جن میں اللہ تعالیٰ کہتا ہے کہ فوت شدہ واپس نہیں آئیں گے. مثال کے طور پر دجال ایک شخص کو قتل کرتا ہے اور پھر اس کو کہتا ہے زندہ ہو جا، تو یہ خدائی قانون کے خلاف نہیں ہے؟ کیا خدا اس طرح کرے گا کہ ایک طرف تو کہہ رہا ہے کہ سارا اختیار میرے پاس ہے، ایک طرف ہمیں کہہ رہا ہے کہ مردہ زندے نہیں ہو سکتے، دوسری طرف یہ سارا کچھ دجال کر کے بھی دکھا رہا ہے؟ تو پھر قرآن کریم کی بات پر یقین کریں یا یہ حدیث کی بات پر، یا ان کا پھر ہم طویل کریں؟ تو یقینی طور پر اس سے یہ پتہ چلتا ہے کہ جو میڈیکل کی آج انڈسٹری ہے، جو میڈیکلی ترقی ہوئی ہے دنیا میں، اس کے بارے میں ہے. وہ انسان کے آپریشن بھی کرتے ہیں. انسان ایک دفعہ اس طرح اس حالت میں چلا جاتا ہے کہ وہ مردہ ہوتا ہے، اس کو کچھ خبر نہیں ہوتی کہ اس کے ساتھ ہو کیا رہا، کچھ اس کو خبر نہیں ہوتی. اس کی ہر قسم کا اندر کا جو ہوتا ہے آپریشن کرتے ہیں، آپریشن کے بعد اس کو سیس لا کر سلائی کر کے انسان کو پھر زندہ کر دیتے ہیں. تو اس کی طرف اشارہ ہے. اور بھی بہت ساری میڈیکلی چیزیں ہیں جن کے بارے میں یہ اشارہ ہے. اگر ہم اس کو ظاہر پر لیں گے تو یہ قرآنی آیات کا کیا کریں گے جس میں اللہ تعالیٰ کہتا ہے کہ سارے اختیار ہی اس کے پاس ہیں، پھر اللہ تعالیٰ کہتا ہے کہ کوئی مردہ جو ہے وہ زندہ نہیں ہو سکتا. اللہ تعالیٰ نے ان کے درمیان برزخ قائل کی ہوئی ہے. فرض کریں ایک شخص کسی کو قتل کرتا ہے، اس کو وہ دوبارہ زندہ کر سکتا ہے؟ کوئی ایک مثال دیں کہ اس نے زندہ کیا ہو. ہے میں مفتی صاحب کو پھر میں مفتی صاحب پر یہ تجربہ کروں گا، اگر تو یہ تجربہ کامیاب ہوا مجھے دجال کہہ دینا. میں ان کو پہلے قتل کروں گا، پھر میں کوشش کروں گا کہ ان کو زندہ یہ نہیں کرنا، اس کی اجازت نہیں. آگے آپ بات کریں جی. یہ اجازت نہ دیو مینوں تجربہ کرنے دی. نہیں مرزا کانے کی قبر پٹ کے اس کو نکالوں اور وہ زندہ نہ ہو تو یہ مجھے اجازت ہے؟ نیچے اتار دے سینی صاحب. جو بھی بندہ خلاف کرتا ہے نا ماحول کے، اس کو نیچے اتار دے. پھر حسینی صاحب
दज्जाल की और भी निशानी हैं, जिस तरह इनको मुफ्ती जी साहब को ठीक बताया है, है बात कि को कुछ दज्जाल एक गधे मुख्तसर पर सवार। जहाँ तक मुमकिन हो सके जी मैं मुख्तसर करें, मुफ्ती फिर सर, मैं मुफ्ती एक साहब मिनट को में अपनी बात ठीक को कंप्लीट करता हूँ। ठीक है। जी, जिस तरह फरमाया गया है दज्जाल एक ऐसे गधे पर सवार होगा जो रोशन होगा, इसके दोनों कानों के दरमियान 70 गज का फासला होगा। ये खरूज दज्जाल का जो गधा है उसकी निशानियाँ हैं। मुफ्ती साहब ने भी कहा है कि ये अलहदा हैं और दज्जाल की निशानियाँ अलहदा हैं। पहली बात जो जितनी मैंने गुफ्तगू की है वो मुस्लिम शरीफ की उसी हदीस पर की है जो मौलवी साहब ने खुद पढ़ कर सुनाई थी। ये मशकात शरीफ में है। दज्जाल के गधे के एक पाँव से दूसरे पाँव का फासला एक दिन और एक रात के बराबर होगा। वो सारी ज़मीन का सफ़र करेगा, वो बादलों को पकड़ने पर कादर होगा और सूरज गुरूब होने की जानब सफ़र करते हुए सूरज से भी आगे निकल जाएगा। वो समंदर में चलेगा और समंदर का पानी इसके टखनों तक होगा। वो जब सफ़र करेगा तो बुलंद आवाज़ से ये ऐलान करेगा, ऐ मेरे दोस्तों मेरी तरफ आ जाओ, ऐ मेरी प्यारे मेरी तरफ आ जाओ। ये कंजुल अमाल की हदीस है। इसी तरह इन सवारियों में सुराख यानी दरवाज़े भी होंगे और ज़मीनें यानी नशिश्तें भी होंगी। बहारुल अनवार में है। फिर इसी तरह ये हदियत महदिया सफ़ा नंबर है 89 से 90 है। तो ये हदियत महदी किताब है, उसमें इन्होंने ये जो दज्जाल के मतलब जो हदीस है उनका उन्होंने तज्ज़िया बयान किया हुआ है, इस्तदलाल बयान किया हुआ। इन हदीस में दज्जाली कौमों की हैरत अंगेज़ इजादात का जिक्र किया गया कि वो ऐसी तेज़ रफ्तार सवारियाँ ईजाद करेंगे जिनमें लाइट्स लगी होंगी, जिन पर बैठने के लिए नशिश्तें होंगी। वो सवारियाँ ज़मीन पर भी चलेंगी यानी रेल गाड़ियाँ और मोटरें वगैरह, और फ़ज़ा में भी उड़ेंगी। कानू साहब एक मिनट आपसे एक अर्ज है कि ये जहाँ से जिस किताब से मोहतरम मुफ्ती साहब ने शरई मानी महदी के बताए हैं, इनसे गुजारिश करें कि ये गधे के मानी के आप वहाँ पे लिखे हुए हैं कि जिसके पेट में नशिश्तें होंगी और जिसका जो एक कदम होगा वो दिनों और रातों पे होगा और उसे घुटने घुटने समंदर। रहमत बाबा साहब वो बात आ गई है, अच्छा उनको जी। करने दे बात, वो ठीक कर रहे हैं। जी 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 ठीक है। तो सारी आप फ़ज़ा में करते भी हैं बात उड़ेंगी एक ही यानी बंदा, ठीक है, काफ़ी है, ठीक। जी जी फ़ज़ा में भी उड़ेंगी यानी हवाई जहाज़, और समंदर में भी चलेंगी यानी बहरी जहाज़। गधे के दोनों कानों के दरमियान फासले से ये मुराद है कि ये कौमें ऐसी इजादात करेंगी जिससे पैगाम रसानी का काम बहुत ही कम वक्त में सर अंजाम दिया जा सकेगा, जैसे टेलीफोन, इंटरकॉम वगैरह। और पैगाम रसानी की ये सहूलतें दज्जाल की ईजाद करदा सवारियों में भी मौजूद होंगी और अमलन ऐसा ही हो रहा है। चनाचे बाज़ उलमा ने दज्जाल के गधे से मुराद रेल गाड़ी ली है, हदियत महदिया। तो ये सारी बातें हैं दज्जाल के मतलब। अब मुफ्ती साहब अपना जवाब दे दें कि वो जो दज्जाल की निशानियाँ बताई गई हैं मुस्लिम के हदीस में कि उसके साथ खुराक के पहाड़ होंगे, वो ज़मीन को कहेगा खजाने निकालो तो ज़मीन खजाने निकाल देगी, वो एक शख्स को दो मेरा टुकड़े ख्याल है करेगा। आपकी हाँ जी। बातें अब आप रिपीट कर रहे हैं, वो ठीक हो गई हैं सारी। आपने उसमें ज़्यादा फोकस इस तरह किया है कि एक आदमी से ये मुमकिन नहीं, बल्कि ये एक ताकत है जो अफराद की ताकत है, कौम की ताकत है, ग्रोह की ताकत है, उसकी वजह से ये मुमकिन हो सकती हैं, एक शख्स वाहिद में नहीं हो सकती। ये अलू बिलबाब। तो मुफ्ती साहब एक शख्स को करार देते हैं, वो उसको साबित करेंगे। मुफ्ती साहब अपना बयान दें आप, बिस्मिल्लाह। अच्छा जी, ये कुछ पॉइंट्स मैंने नोट किए हैं। जी जी। गुजारिश ये है कि सबसे पहली बात तो ये कि ये कह रहे थे मुझे कि मुफ्तरी, तो नहीं वो ना कहें, वो उसको डिलीट कर लें, वो बहुत बुरा लफ्ज है, मैं शर्मिंदा हूँ। मुझे जवाब मैं दे रहा हूँ, हाँ वो नहीं कहना चाहिए, बहुत जवाब मैं दे रहा हूँ। जवाब तो कर्ज होता है ना, वो कर्ज तो चुकाना पड़ता है। ठीक है। अच्छा, गुजारिश ये है कि मैं मुफ्ती हूँ और मुझे ये मुफ्तरी कह रहे हैं, तो वो जो थे जनाब मुफ्ती हकीम नूरुद्दीन साहब, जिनको मिर्जा साहब ने वो बनाया था, तो वो भी मेरे ख्याल में वो फिर मुफ्ती थे। जो हकीम मौली नूरुद्दीन है वो कभी भी मुफ्ती नहीं थे जी। मिर्जा साहब ने फरमाया, उसका हवाला अगर ये कहेंगे तो वो भी दे देंगे। अच्छा, अगली बात, ठीक मैं जवाब दे रहा हूँ साहब। ठीक है, ठीक। अच्छा, अर्ज आगे ये कह रहे थे ये कौन सी हदीस है कि जिसमें दज्जाल के शरी माने लिखे हों। भाई मैंने हवाला दिया तो है, आप लगता है बाद में आए हैं। मैंने तुम लोगों की अपने घर का हवाला दिया है, मुस्लिम शरीफ जिल्द 15 नूर फाउंडेशन कादियानियों की, और सफा नंबर 122 हदीस नंबर 5214, उसके अंदर ये अल्लाह के नबी ने ये माना बताया है। मैं लोग दे रहा हूँ, हवाला दे रहा हूँ।
आगे फिर कह रहे हैं नहीं वो हवाला दो। ओ भाई हवाला मैं कैसे दूं, मैं दे तो दिए, मैंने तो घर से हवाला निकाल के दिए। आगे ये कह रहे थे क्या वाला, ये बात समझ नहीं आई मुफ्ती साहब कि दज्जाल का शरई माना अल्लाह के नबी ने बयान किया हो। वो क्या है, क्या वो ये है कि वो दज्जाल एक शख्स होगा, अब्दुल उज़्ज़ा बिन कुतन जैसी उसकी शक्ल होगी, गुंगरियाले उसके बाल होंगे, 15 उसकी अलामतें बयान की अल्लाह के नबी ने। ठीक है, ठीक है। अच्छा आगे ये कह रहे थे, इशारा कर रहे हैं जो हदीस में एक जी मैं हदीस की बात ही कर रहा हूँ ना। ठीक होगी, आज हमारी हदीस ही मौजू है ना, क्योंकि हमें तो कुरान हदीस से बाहर तो नहीं जाना, क्योंकि कादियानी हजरात बहुत कहते हैं कि कुरान हदीस से बात करो, कुरान हदीस से, तो हमने अब कुरान हदीस की ही बातें करनी है, इधर उधर जाना ही नहीं है। सही गल है। अच्छा जी आगे कहते हैं जी इसके लिखने वाले का नाम बताएं। ओ भाई मुस्लिम शरीफ का आपको नहीं पता किसने लिखी है? कह रहे लिखने वाले का नाम बताएं। इनका पूरा नाम है अबुल हुसैन मुस्लिम बिन हुज्जाज कुशैरी निशापुरी। ठीक है। अच्छा जी आगे कहते हैं जी दज्जाल जो है, अच्छा दज्जाल का ये जो अल्लाह के नबी ने माना बयान किया, बात है मुफ्ती साहब, ये जो अब्दुल उज़्ज़ा के मतलब हुज़ूर ने बयान फरमाया, ये मुसलमान था या मुसलमान नहीं था? ये एक मौजू से हटके है, ये बात अलग है, हमें तो दज्जाल की पहचान करनी है। नहीं मैं एक बात उसमें जब मौका हो फिर आप बयान कर देना, वो ठीक है जी वो जब मौजू कभी होगा, जब इब्ने सयाद के ऊपर गुफ्तगू होगी ना, वो एक लंबा टॉपिक है। नहीं बहुत लंबा, बहुत तवील टॉपिक है, जो इसी हदीस के अंदर अब्दुल उज़्ज़ा का जिक्र है, मैं उसकी हाँ बहरहाल वो एक शख्स है, उसके गुंगरियाले बाल थे, फूली उसकी आंखें थी, हजूर ने फरमाया वैसा होगा। हाँ, मतलब वो जो अब मैं अब्दुल उज़्ज़ा का ही पूछ रहा हूँ, ये उसके मतलब बयान फरमाया जी, अब्दुल उज़्ज़ा बिन कुतन के बारे में बताया है ना जी। हाँ जी मतलब उसका ये ओलिया और ये शक्ल थी और जी हदीस मैंने सुनाई तो है अभी, ठीक होगी मैंने अभी हदीस सुनाई है जनाब। आप हुसैनी साहब आप के पास अगर अल islam.r खुलती है तो वहाँ मेरे पास कुछ नहीं है, जहाँ मुझे याद आता है तो मैं बड़े अदब से आपसे वो बात पूछ लेता हूँ। हुसैनी साहब वो सवाल पूछे वाकई के वो मुसलमान, ये देख लें बीच में बोलते हैं हुसैनी साहब, ना बोलें, ठीक है चले, या इनको नीचे उतार दें जो भी बोले, ठीक है जी। या फिर हमारे दोस्तों को भी इजाजत दिया करें, वो भी बीच में बोला करें। हाँ क्यों नहीं, जरूर बोलें, वो भी बोलें जी करें बात। बेहतर ये है कि एक ही बंदा बोले, होते हुए नहीं बोलते, क्योंकि तमीज का भी कोई वो होता है ना, हम आपके होते हुए इसलिए नहीं बोलते, हम आपको सुनते हैं आप चुप होके, तो इसलिए हम नहीं बोलते। आपकी इजाजत होगी तो बोलेंगे इंशाल्लाह। जी अंकल वो मेरी कॉल आ गई थी दरमियान में, बार आ रही थी। ठीक है जी दोस्त आया हुआ एयरपोर्ट पे, तो मैं उसको लेने जाना है। है जी, मेरा दोस्त आ रहा है तो उसको लेने जाना है एयरपोर्ट से, तो अच्छा ठीक है। अगर आप कलाम नहीं कर सकते जी करें, मेरे पास है थोड़ा सा टाइम, मैं तो अभी जवाब तो दे दूं। हाँ ठीक है जी, मैं अभी लिखी हुई हैं चीजें, वो जवाब तो दे दूं जरूर। अच्छा दज्जाल के माना जो मिर्जा साहब ने बयान किए हैं, ये कौन सी लुगत में, या उसके तो कोई हवाला नहीं इन्होंने दिया। दज्जाल का तर्जुमा होता है जी नास, दज्जाल का मतलब होता है शैतान, दज्जाल का मतलब होता है ग्रोह मुफसिदीन, दज्जाल का मतलब होता है ईसाइयत का भूत, दज्जाल का मतलब होता है पादरियों का फिरका, दज्जाल का मतलब होता है इकबालमंद अकवाम। ये कौन सी लिसानुल अरब में या ताजुल उरूस में लिखा हुआ है? ये मुफ्ती साहब उन्होंने दज्जाल के लफ्ज के तहत सारी बातें एक ही जगह बयान की हैं या मैंने हवाले अभी दिए हैं? नहीं मैं अर्ज कर रहा हूँ कि अलग जगह पे जी। अच्छा मुख्तलिफ जगहों पे, ठीक मुख्तलिफ जगह के ऊपर है, एक जगह पे नहीं। मैंने सारे हवाले अभी सुनाए हैं। ठीक है। तो लगता है हुसैनी साहब थोड़ी तवज्जो नहीं जी है। ये तवज्जो नहीं, ताई मैं पूछ रहे हैं ना एक। अच्छा जी कोई बात नहीं जी, कोई बात। मुफ्ती साहब वो कुरान में तारीफ करने वाले को भी तो मिर्जा साहब ने दज्जाल बोला है जी, और भी माना है जी। अच्छा फिर आगे कह रहे हैं अच्छा इन्होंने फिर आगे कहा है कि नबी आलम सल्लल्लाहु अलैहि वसल्लम ने इब्ने सयाद को दज्जाल कहा है, तो जो भी बात करें ना उसका हवाला दिया करें, हवाले के बगैर तो वो एक समझी जाती है कि इसने गप मारी है कोई। भाई वो बात है या नहीं, वो तो जब हवाला दोगे तो पता चल जाएगा। हवाला दिया जाता है, मैं देखो मैं एक एक चीज का हवाला दे रहा हूँ, मैं तो आपको मतबूआ तक बता रहा हूँ कि देखो जी कादियानियों की ये किताब है, ये मतबूआ है, ये जिल्द है, ये सफा है, मैं तो एक एक चीज बता रहा हूँ।
تو جو بھی بات کریں اگر لسانُ العرب کے بھی حوالے دینے ہیں تو کم از کم اس کا مطبوعہ بتائیں، جلد بتائیں، اس کی عبارت بتائیں تاکہ پتہ تو چلے. اچھا جی آگے کہتے ہیں جناب دجال نے بھی اپنے معجزات دکھائے. یہ کہاں پہ لکھا ہے جی دجال آ کے معجزات دکھائے گا؟ معجزے کا تعلق نبی سے ہوتا ہے. وہ تو دجال کے ساتھ تو نہیں نہ ہوگا، وہ تو جادوگری کے کرشمے ضرور دکھائے گا اپنے. اور کہہ رہے ہیں کہ پھر انہوں نے پھر آگے کہا جی وہ دجال کی علامت حدیث میں لکھی ہے کہ وہ ایک شخص کو 2 ٹکڑے کرے گا تو بعد میں وہ زندہ ہو جائے گا. تو اس کی یہ انہوں نے کوئی قرآن کی آیت یا حدیث بتائی کو نہیں ہے. کون سی حدیث تھی، کون سی قرآن کی آیت تھی کہ وہ اللہ نے تو کہا ہے جی مردہ زندہ نہیں ہو سکتا؟ وہ بتائیں تو صحیح نا کون سی قرآن کی آیت ہے. ہمیں نوٹ کروائیں کہ اس کو لکھ لیں بھائی یہ والی آیت ہے. ہاں یہ طریقہ کار ہے نا ایک گفتگو کا، نہیں تو سمجھا جاتا ہے جی بندہ گپ مار رہا ہے. اچھا تو وہ پھر اگر مردے زندہ نہیں ہو سکتے تھے تو وہ جو قرآن کے اندر جو ذکر ہے سورہ شعراء کی آیت نمبر یہ پڑھ لیں 40 سے لے کر آپ 50 تک پڑھ لیں. وہ جو ساحر تھے جو فرعون کے دربار کے اندر آئے تھے، فرعون نے منگوائے تھے، انہوں نے تو مردوں کو زندہ کر دیا تھا، رسیوں کو اور لکڑیوں کو پھینک کے جناب انہوں نے وہ سام بنا دیے تھے، مردوں کو زندہ انہوں نے کر دیا. قرآن کے اندر ذکر موجود ہے. تو یہ جادو کے ذریعے تو ہو سکتا ہے نا، جادو کی تو نفی نہیں ہے. تو یہ دجال آ کے اپنے جادو کے ذریعے شعبدہ بازی کے ذریعے یہ کام کرے گا. اچھا پھر جناب آگے بھی انہوں نے کئی باتیں کی ہیں بالکل بے حوالہ، کوئی حوالہ کوئی نہیں. ویسے نعرے حضرات یہ مارتے ہیں جی جو قرآن سے بات باتیں یاد ہیں وہ باتیں بتانی چاہیے، جو یہ نہیں دیکھ تھی لیں وہ جی، نہیں یہ دیکھ لیں مرزا صاحب انہوں نے گل مکمل کر لیا. جی 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 بندہ ایک منتخب کر لے، بات کرنی کس نے ہے. میں کہہ رہا ہوں کہ ہمارے مسلمان بھی یہاں پہ بیٹھے ہیں، بڑی خاموشی سے بیٹھے ہوئے ہیں. صاحب جی اگر ایسے کھچڑی پکانی ہے تو وہ بھی بتا دیں، وہ کھچڑی بنا لیتے ہیں وہ حسینی صاحب سے پوچھ کے. جی حسینی صاحب میں نے اپنی بات کمپلیٹ کر دی ہے جناب. کر لی ہے. لو جی قانون صاحب سن لی کر جی میں نے سن لیا ہے. اب دیکھیں حسین صاحب مفتی صاحب نے ان باتوں کا جواب نہیں دیا کہ وہ اس کے پاس جو خوراک کے پہاڑ ہوں گے ان سے کیا مراد ہے، وہ اسی طرح ہوں گے. پھر وہ خزانوں کو جو نکالے گا زمین سے وہ کہے گا خزانوں کو نکالا ہو، تو اسی طرح نکلیں گے، وہ ویرانے سے جائے گا. ان کی بات نہیں دی. پھر مطلب آپ یہ سمجھتے ہیں کہ ایک آدمی خوراک کے خزانے اٹھا نہیں سکتا، یا دوسری کون سی چیز بتائی آپ نے؟ ایک تو خوراک کے خزانے وہ اٹھا کر چلے گا، بارش کہے گا جہاں پر بارش ہو جائے گی، ٹھیک ہے. اس کے بعد وہ بارش کا تو چلو ٹھیک ہے، مطلب وہ منہ سے زبان سے کوئی بات کہے گا وہ تو مشکل ہے. زمین کو کہے گا خزانے نکالو تو زمین وہ بھی خزانے ٹھیک ہے، وہ بھی ہو گیا. لیکن وہ جو خزانے جو کون سی چیز اٹھا کے چلنے والی وہ کیا ہے؟ روٹیوں کے پہاڑ. روٹیوں کے پہاڑ ایک آدمی اٹھا کے چل سکتا ہے، یعنی یہ مسئلہ ہے. جی جی چلیں آگے. پھر آگے دیکھیں مفتی صاحب کو میں نے وہ آیات بتائی تھی لیکن مفتی صاحب نے شاید غور نہیں کی. میں نے ان کو کہا تھا کہ سورۃ بقرہ میں بھی اللہ تعالیٰ کہتا ہے کہ اللہ تعالیٰ ہی ہے جس نے تمہیں عدم سے پیدا کیا اور وہی تمہیں موت دے گا اور وہی پھر تمہیں دوبارہ زندہ کرے گا قیامت کو، سورۃ بقرہ میں. پھر آگے اللہ تعالیٰ کئی اور جگہ پر اس چیز کو کہتا ہے کہ اللہ ہی تمہیں زندگی دیتا ہے اور اللہ تعالیٰ ہی تمہیں مارے گا، ٹھیک ہے. پھر اللہ تعالیٰ کہتا ہے کہ جو مردہ ہیں وہ لوٹ کر نہیں آئیں گے. میں نے مولوی مفتی صاحب کو بتایا تھا سورہ یاسین. سورہ یاسین کی آیت نمبر ہے 50. سورہ یاسین خود 36 ہے، آیت نمبر ہے اس کی 50. بس وہ وصیت کرنے کی بھی توفیق نہ پائیں گے اور نہ اپنے اہل کی طرف لوٹ سکیں گے. ایک آگے پھر اللہ تعالیٰ فرماتا ہے سورت آیت نمبر 31 میں، کیا انہوں نے نہیں دیکھا کہ کتنی ہی نسلیں ہم نے ان سے پہلے ہلاک کر دیں، یقیناً وہ ان کی طرف لوٹ کر نہیں آئیں گے. سورہ یاسین آیت 31. پھر آگے اللہ تعالیٰ فرماتا ہے سورۃ انبیاء میں، اور قطعاً لازم ہے کسی بستی کے لیے جسے ہم نے ہلاک کر دیا ہو کہ وہ لوگ پھر لوٹ کر نہیں آئیں گے. سورۃ انبیاء. پھر اللہ تعالیٰ آگے سورۃ انفال میں فرماتا ہے، اے وہ لوگوں جو ایمان لائے ہو اللہ اور اس کی رسول پر اللہ اور اس کے رسول کی آواز پر لبیک کہا کرو جب وہ تمہیں بلائے تاکہ وہ زندہ کرے. اب دیکھیں انہوں نے کہا جی وہ سورہ شعراء میں بھی لکھا ہوا ہے کہ انہوں نے زندہ کیے، کوئی کسی نے زندہ نہیں کیے تھے، نہ کوئی سحر کیا تھا، اس طرح کی کوئی بات ہی نہیں ہے.
सब अपनी तरफ से कहानियाँ जिस तरह दज्जाल के बारे में कहानियाँ बनाई गई हैं, इसी तरह मुख्तलिफ अंबिया के बारे में कहानियाँ बनाई गई हैं। तो उन कहानियों से हमें कोई फ़र्क नहीं पड़ता, बना ले जिसका जो दिल करता है। जिस तरह उनको कहानियाँ बनाने का हक है, कोई भी किसी किस्म की कोई कहानी सुना सकता है, तो हमें हकीकत बयान करने का क्यों हक नहीं है? हमें भी हक होना चाहिए, हम भी जो उससे समझे हमें बयान करें। ठीक है, रसूल अल्लाह सल्लल्लाहु अलैहि वसल्लम ने भी मुर्दा ज़िंदा किए हैं। अगर कोई मुझे कहेगा हज़रत ईसा ने मुर्दा ज़िंदा किए हैं, तो वो तो रसूल अल्लाह ने भी ज़िंदा किए हैं। जिस तरह के रसूल अल्लाह सल्लल्लाहु अलैहि वसल्लम ने मुर्दा ज़िंदा किए थे, उसी तरह के हज़रत ईसा अलैहिस्सलाम ने मुर्दा ज़िंदा किए थे। आगे मैं और आयत आपको दिखाता हूँ। मतलब तो एक आयत भी ठीक है जितनी तुझे देर की, आयत तो एक ही काफ़ी होती है, सूरत अल मोमिनून है। नहीं, मेरा मकसद है इस पे एक ही आयत दे के उसका असल मजमून तो दज्जाल के शख्स होने या उसके कौम होने की बात है, उस पे है फोकस। ये तो ज़िमनी बातें हैं ना जो बाकी आई हैं, उसमें एक आध मिसाल ही काफ़ी होती है। ठीक है जी जी। तो ये जो आयात मैंने आपके सामने से बयान किए हैं, इससे पता चलता है कि ये शख्स नहीं होगा, ये एक निज़ाम है, सिस्टम है, और इसमें मुख्तलिफ अदवार की तरक्की का जिक्र है जो इन कौमों की तरफ से होगी, उनका जिक्र है। अगर कोई कहे कि जी दज्जाल आएगा, वो इस तरह एक शख्स को 2 टुकड़े करेगा फिर उसको जिंदा कर देगा, तो ये आयात का हम इन आयात का क्या करेंगे जो अल्लाह ताला ने बयान की हुई हैं? अल्लाह ताला तो कहता है कि मुर्दे जिंदा नहीं होंगे, ठीक है, अल्लाह ताला कहता है ये इख्तियार ही अल्लाह ताला के पास है। ठीक होगी बात। ये मसाइल हैं जो एक शख्स, मतलब एक मसला ये है वो पहाड़ उठाने वाला कि एक शख्स पहाड़ कैसे उठाएगा, और दूसरा मसला है कंसाइज करते हैं ना बात को, क्योंकि लफ़ नशर मुरतब से काम लेना है, वो अगर बहुत फैला दें समेटें ना तो फिर बड़ा मसला हो जाता है। और दूसरी बात ये है कि जो मुर्दा ज़िंदा करने का शायद इस हदीस में जिक्र है, तो उसमें ये है कि वो कुरान करीम के असूल के खिलाफ करी जाती है। ये 2 बातें कह रहे हैं ना आप जी, और क्या बात है? फिर इन्होंने उजाला हाम की तरफ पहले इन्होंने जिक्र किया था, जिल्द नंबर 3, जो जब इन्होंने पहले हवाले बताए थे, तो मैंने उस वक्त ये खोली थी सफ़ा नंबर 174 पे। इन्होंने कहा जी मिर्ज़ा साहब ने दज्जाल के ये माने किए हैं, तो मैं ये थोड़ा सा पढ़ देता हूँ ताकि सुनने वालों को पता चल जाए। ठीक है। फिर ये भी हम बखूबी ज़ाहिर कर चुके हैं कि इस पेशगोई को सिर्फ ज़ाहिर अल्फाज तक महदूद रखने में बड़ी बड़ी मुश्किलात हैं। कबल इसके कि मसीह आसमान से उतरे सदहा एतराज़ात पहले से ही उतर रहे हैं। इन मुश्किलात में पढ़ने की ज़रूरत ही क्या है? हमें इस बात की क्या हाजत है कि इब्ने मरियम को आसमान से उतारा जाए, इनका नबूवत से अलग होना तजवीज़ किया जाए, और इनकी इस तरह पर तहकीर की जाए कि दूसरा शख्स इमामत करेगा, वो पीछे मुक्तदी बनेंगे, और दूसरा शख्स उनके रूबरू लोगों से बैत इमामत और खिलाफत ले, और वो बदी हसरत देखते रहें और आहद मुस्लिमीन बनकर अपनी नबूवत का दम ना मार सकें, और हम इस करीबुल शिरक बल्कि सरासर शिरक से भरे हुए कलमे को क्यों मुंह से बोलें कि दज्जाल यक चशम खुदाए ताला की तरह अपने इक़्तिदार से मुर्दों को ज़िंदा करेगा और सरी खुदाई की अलामतें दिखलाएगा, और कोई इससे ये नहीं कहेगा कि ए यक चशम खुदा, पहले तो अपनी आँख तो दुरुस्त कर। क्या तौहीद जो इस्लाम ने हमें सिखाई है ऐसी कुदरतें किसी मखलूक में रवा रखती हैं? क्या इस्लाम ने इन वाहियात बातों को अपने पैरों के नीचे कुचल नहीं दिया? अजीब बात यह है कि मुसलमानों के नज़दीक खर दज्जाल भी गोया एक हिस्सा खुदा का ही रखता है, और कहते हैं कि इसका खुर का पैदा करने वाला दज्जाल ही है। फिर जब वो दज्जाल महियो ममीत और खालक भी है, तो इसके खुदा होने में कसर क्या रह गई? इस गधे की ये तारीफ करते हैं कि वो मशरक़ और मगरब में एक रोज़ में सैर कर सकेगा, मगर हमारे नज़दीक मुमकिन है कि दज्जाल से मुराद बाअक़बाल कौमें हों। गधा उनका यही रेल है जो मशरक़ और मगरब के मुल्कों में हज़ार कोसों तक चलती देखते हो। फिर मसीह के बारे में ये भी सोचना चाहिए कि क्या तबी और फ़लसफ़ी लोग इस ख्याल पर नहीं हंसेंगे कि जब के 30 या 40 हज़ार फुट तक ज़मीन से ऊपर की तरफ जाना मौत का मौजब है, तो हज़रत मसीह, ये आगे हज़रत ईसा का जिक्र है। तो यहाँ पर वो बता रहे हैं कि ये जो मुफ्ती साहब कह रहे थे जी दज्जाल का मानी उन्होंने किया बाकबाल, कहाँ पर किया जी मुफ्ती साहब? यहाँ पर मुझे बता देना कि बाकबाल कौम है, उन्होंने दज्जाल के ये मानी किए हुए हैं। अजीब बातें हैं इनकी। ठीक हो गया जी। और भी जो हवाले इन्होंने बयान किया मुफ्ती साहब, अगर आप मेहरबानी करेंगे वो सारे हवाले ज़रा मुझे लिखवा दें। एक तो ये था
جلد نمبر 3 صفحہ 174. اگلا کیا ہے؟ یہ میں اب جواب دوں ثانی صاحب؟ مجھے پہلے حوالے لکھوا دیں پھر آپ جواب دینا. موٹے موٹے اس کے صفحے لکھوا دیں بے شک ان کو، پھر اپنا بیان. روحانی خزائن جلد 3 صفحہ 174. یہ ہو دجال گیا. سے مراد اقبال مند قومیں. ٹھیک ہے، ہو گیا یہ. آگے روحانی خزائن جلد 3 صفحہ 366. ٹھیک ہو گیا. 366 پادریوں کا گروہ. ٹھیک. جلد 3. آگے روحانی خزائن جلد 17 صفحہ 121. ناس، دجال سے مراد ناس. 121 جی. روحانی خزائن جلد 14 صفحہ 296. جلد 14 296 90. دجال سے مراد شیطان. ٹھیک. روحانی خزائن جلد 14 صفحہ 416. 416 ٹھیک دجال ہے. سے یہ مراد گروہ مفسدین. ہمارے پاس 4 آ گئے ہیں، ان 4 پر ہی بات کر لیں گے آگے. چلو نہیں ٹھیک. تقریباً کتنے 1 2 3 4 5 6 معنی بیان کیے ہیں جو میں نے لکھوائے ہیں آپ کو. ٹھیک ہو ٹھیک گیا. ہو گیا. یہ 4 کا دیکھ لیں گے. ایک آپ کے سامنے میں نے پڑھ کے سنا دیا ہے، اس میں انہوں نے نہیں، کہا 4 دجال کو کے یہ دوسرے معنی ہیں 2 کدھر جائیں گے؟ بالکوں میں. چلے بہرحال مجھے اب میں جواب دوں کہ آپ نے بولنا ہے. جی دیں جواب. اچھا یہ جی ادھر بھی جھوٹ بول دیا، اللہ کے اوپر جھوٹ بول دیا ہے. کہہ رہے ہیں جی سورہ یاسین کی آیت نمبر 50 کے اندر ذکر ہے کہ اللہ جو ہے نا وہ موت دیتا ہے. یہاں پہ ہے ہی کوئی نہیں. کون سے الفاظ ہیں یہ جن کا یہ ترجمہ آپ نے کیا؟ وہ بتائیے گا، پڑھ کے بتائیے گا. ابھی میرے سامنے وہ سورہ یاسین کی آیت 50 کھلی ہوئی ہے. یہ آپ نے اپنے وقت میں یہ بتانا ہے مجھے. اچھا پھر آگے کہتے ہیں جی مردے تو اصل میں اللہ ہی زندہ کرتا ہے، تو اللہ ہی مارتا ہے. تو یہاں پہ ہم جب دیکھتے ہیں جناب سورہ الزمر کی آیت نمبر 42 کے اندر، تو اللہ فرماتا ہے اللہ یتوفل انفسا حین موتہا. اللہ جو ہے نا جانوں کو وفات دیتا ہے ان کی موت کے وقت. موت جب آتی ہے کسی بھی جان کی جس کے اندر جان ہوتی ہے تو وہ اللہ موت دیتا ہے. لیکن جب ہم سورہ سجدہ کی آیت نمبر 11 کے اندر جاتے ہیں تو یہاں پہ کچھ ماجرا کچھ اور ملتا ہے. کل یتوفاکم ملک الموت الذی وکل بکم. تمہیں وفات دیتا ہے، تم فرماؤ تمہیں وفات دیتا ہے موت کا فرشتہ جو تم پر مقرر ہے. اب یہ دیکھیں موت کا فرشتہ جو ہے نا وہ موت دے رہا ہے، اور اوپر کہہ رہا ہے کہ اللہ جو ہے نا اللہ موت دے رہا ہے. تو بہرحال آگے میں نے وہ پھر ایک اور حوالہ دیا تھا کہ سورہ شعراء کا کہ جس کے اندر فرعون کے ساحروں نے جو تھے مردے زندہ کیے تھے. تو آپ نے کہا یہ کہانی ہے. اچھا جی یہ کہانی ہے. یہ کہانی جو ہے نا دنیا کی پہلی تفسیر مجاہد، دوسری معنی القرآن للفرہ، تیسری مجاز القرآن، غریب القرآن لابن قتیبہ الطبری، معنی القرآن للزجاج، تفسیر ابن منذر، تفسیر ابن ابی حاتم، تفسیر ماتریدی، ابن اعراب القرآن للنحاس، احکام القرآن للجساس، بحر العلوم للسمرقندی، تفسیر ابن ابی زمنین. حوالے دیں، پہلے بھی ایسی باتیں کی آپ نے، حوالے نہیں دیے، آپ بھی نہیں حوالے دے رہے. الا بلوغ النہایا، تفسیر سائیں جی تقریر ہے یہ. احکام القرآن، تفسیر القشیری، الوجیز للواحدی، تفسیر سمعانی، تفسیر راغب، احکام القرآن، اور تفسیر بغوی، الکشاف، تفسیر ابن عطیہ، اعجاز البیان، زاد المسیر، مفتاح الغیب، التبیان فی اعراب القرآن، مفتی صاحب تفسیر. یہ سلسلے میں یہ نام پڑھ رہے ہیں اب؟ جی میں بتاتا ہوں، آخر میں بتاتا ہوں، ابھی سنتے جائیے بس. تفسیر العزا بن عبد السلام، تفسیر القرطبی، تفسیر البیضاوی، تفسیر النسوی، تفسیر سہیل لعلوم التنزیل، تفسیر خازن، تفسیر بحر المحیط، اور تفسیر قیم، تفسیر در مسون، اور تفسیر ابن کثیر، تفسیر اللباب. یہ کتنے ہو گئے؟ 1 2 3 4 5 6.
7 ये तो ठीक ये 49 तफासिर के हवाले मैंने दिए हैं। इसके अलावा 150 तफसीरों के हवाले हैं कि जिनके अंदर यही लिखा हुआ है कि जनाब ये जो है हाँ जी, ये जो आयत आशूरा की मैंने बयान की थी कि फिरौन के साहिरों ने वो रस्सियां फेंक के सांप बना दिए थे, इन सब के अंदर लिखा हुआ है। ठीक है। हाँ, सब के अंदर लिखा हुआ है। ये सिर्फ तर्जुमे सिर्फ आप लोगों को भी पता चले हैं। ये इन सब के 1200 साल के किसी मुफस्सिर को, आलिम को, किसी को समझ ही नहीं आई इन तर्जुमों की है। अच्छा जी, अगली बात ये थी, मुफ्ती साहब कुरान शरीफ में नहीं लिखी हुई कि उन्होंने रस्सियों के सांप बना दिए? जी मैंने कुरान की आयत दी तो है, तो वो कह रहे हैं ना कि ये कहानी है तुम्हारी, ये कह रहे थे कहानी है। मतलब ये कि वो तो इतना ही काफी है बस उसके लिए। नहीं, वो कह तो रहे थे ये कहानी है ना, मुझे उसका जवाब तो देना है ना। सिर्फ जवाब, ठीक है, जवाब नहीं बनना चाहिए। जी जी, हाँ तो जवाब तो देना है ना मैंने। सही तो बात जी। अच्छा, गुजारिश ये है कि आगे इन्होंने इसकी कोई आयत नहीं दी, कोई हदीस नहीं दी, कोई लुगत नहीं दिखाई, ना ही कुरान, ना ही हदीस, ना ही लुगत। कि दज्जाल से मुराद नास है, दज्जाल से मुराद शैतान है, दज्जाल से मुराद ग्रोह मुफसदीन है, दज्जाल से मुराद ईसाइयत का भूत है, दज्जाल से मुराद पादरियों का फिरका है, दज्जाल से मुराद इकबालमंद अकवाम है। भाई ये तीनों ले आओ, लुगत भी ले आओ, कोई मसला नहीं। अगरचे शरीयत के अंदर लुगत का कोई म्यार नहीं है, लेकिन कुरान और हदीस के बाद लुगत भी ले आओ। जाओ, 6-7 माना किए दज्जाल के मिर्जा साहब ने। और बड़ी हैरत की बात है कि जब इकबालमंद अकवाम कह रहे हैं तो इकबालमंद अकवाम के अंदर खुद मिर्जा साहब भी आ रहे हैं, क्योंकि मिर्जा साहब कहते हैं कि मुगल जो कौम है ये इकबालमंद कौम है, बड़ी कौमों के अंदर इसका शुमार होता है। और जब दज्जाल से मुराद इन्होंने नास मुराद लिया तो फिर भी मिर्जा साहब खुद बीच में आ गए। ये तो नहीं अब कोई कह सकता कि मिर्जा साहब नास में से नहीं है, इंसानों में से नहीं है। अगर तो उनकी इंसानियत का आप नफी करते हैं तो ठीक है, ये यहां से निकल जाएंगे। फिर जब इंसान कहते हैं आप इंसान हैं तो वो फिर खुद भी दज्जाल साबित हो जाएंगे। इनके जवाब तो चाहिए ना। और हदीस के अंदर 15 अलामतें जिक्र हुई हैं, एक भी अलामत को इन्होंने टच भी नहीं किया। ओ भाई उधर देखिए, नास से मुराद उसमें हदीस में ना, मतलब दज्जाल को नास ही कहा है ना? नहीं कहा ना जी, कहाँ कहा है? नहीं कहा, ठीक है। कहाँ पे कहा है? यही तो पूछ रहे हैं ना हुसैनी साहब। है उन्होंने कहा कि हदीस के अंदर है कि जनाब उसके गुंगरियाले बाल होंगे, फूली उसकी आंखें होंगी, अब्दुल उज़्ज़ा बिन कुतन से तशबीह दी हजूर ने। तो मतलब आगे कहा कि वो उसका खरूज जो होना है ना शाम और इराक के दरमियान से होना है। फिर कहा कि दाएं और अपने बाएं दोनों जगह फसाद बर्पा करेगा। ठीक है। अच्छा जी, तो अच्छा ये बताएं, अगर पहले तो ये कि माने का तयन हो जाए कि इन 7 मानों में से दज्जाल है कौन सा? नास है, शैतान है, ग्रोह मुफसदीन है, ईसाइयत का भूत है, पादरियों का फिरका, इकबालमंद अकवाम है क्या मुराद? उन सब को फिर इस हदीस के ऊपर अप्लाई करेंगे। क्या आया हदीस के ये 15 चीजें उसके ऊपर अप्लाई हो रही हैं कि नहीं? जी बस मेरी बात कंप्लीट हुई। एक हो गई बात। असल में मजमून जब बहुत ज़्यादा फैल जाए ना तो फिर उसमें चीज़ें भूल भी जाती हैं। मेरा ख्याल है कि मैं तो ये समझा था कि आपने फरमाया कि वो दज्जाल इंसान ही होगा। ये ठीक है बात या नहीं, या मैं भूल गया हूँ, गलत समझ गया हूँ? जी हदीस में लिखा इंसान होगा और मर्द होगा। हाँ, तो जब इंसान होगा तो इंसान तो सारे ही हैं, सारे इंसानों की तरह ही होगा ना। तो शाहिद और जमा का आ जाता है ना एक को, तो वो ठीक है, वो ठीक होगा। मैं कुछ और बात कर रहा हूँ। नास जमा है ना जनाब। मैं ठीक है नास वो सही बात बताने लगे हैं अभी। मैं ये अर्ज कर रहा हूँ कि नास में से होगा। नास इंसानों को कहते हैं, तो उनका नास का एक फर्ज होता है, वो इंसान होता है। तो वो मुफरद होगा, एक होगा,
فرد ہوگا, یہی بات ہے نا. नास नहीं होगा, ٹھیک है ना, नहीं नास नहीं होगा. میں یہی عرض کر رہا ہوں, سمجھنے کی کوشش کر رہا ہوں, اور اسے کھول لیتے ہیں تاکہ کسی طرح سے سمجھ آ جائے. میں یہ کہہ رہا ہوں کہ ناس لوگوں کو کہتے ہیں, اور لوگ جو ہیں وہ افراد ہوتے ہیں, 3 یا 3 سے زیادہ کے مجموعے کو ناس کہتے ہیں. جی ہاں, 3 سے زیادہ, 15 ہو جائیں, 50 ہو جائیں. نہیں, وہ جمع کا اطلاق عربی کے اندر 3 سے زیادہ کے اوپر ہوتا ہے. مجھے علم, میں عرض کر رہا ہوں, پتہ ہے مجھے. ٹھیک ہے, 3 اور 3 سے زیادہ ہوتے ہیں تو 15 بھی ہو جاتے ہیں اور 50 بھی ہو جاتے ہیں, وہ ہیں ناس. لیکن ناس میں سے ایک فرد جو ہے وہ بھی ناس میں سے ہے یا نہیں ہے؟ وہ جی ناس ہوگا نا, لیکن وہ ایک فرد ہوگا, ناس تو نہیں ہوگا. میں یہی کوشش کر رہا ہوں کہ اس بات کو ہم سمجھ لیں کہ جو فرد ہے, انسان ہے, وہ ناس میں سے ہے یا نہیں ہے؟ جی ناس میں سے ہے. ہاں, بس اتنی بات ہے. تو اگر ناس میں سے ہونے سے ایک فرد ہو سکتا ہے تو مرزا صاحب بھی ایک فرد ہیں, آپ نے کہا وہ بھی دجال ہو سکتے ہیں, تو کوئی اور فرد بھی دجال ہو سکتا ہے. تو یہ تو آپ یہ بتائیں گے نا, یہ سر جوڑ کے مل بیٹھ کے. ہاں وہ تو کرتے ہیں, لیکن مطلب یہ کہ بطور خاص آپ نے ان کے اوپر اس کا اطلاق کیا ہے. تو نہیں, یہ تو سوال میں نے رکھا ہے کہ ناس کے افراد میں سے ایک فرد مرزا صاحب بھی ہیں. ایگزیکٹلی, میں وہی کہہ رہا ہوں کہ اگر وہ ہیں تو کوئی اور بھی ہو سکتا ہے. کوئی اور بھی ہو سکتا ہے, بالکل ٹھیک ہے. جس طرح آپ نے مثال دی ہے وہ بھی مثال دے سکتے ہیں کہ فلاں فرد ہو سکتا ہے. تو نہیں, یہ ثابت کرنا پڑے گا. سوال یہی ہے کہ ثابت کرنا پڑے گا قرآن اور حدیث سے. پہلے اصولی طور پہ ایک انسان ہو سکتا ہے. جی ایک انسان ہی ہوگا, ہو سکتا نہیں ہے. ہو سکتا کے اندر آ جاتا ہے کہ ایک شبہ ہے, ہمیں کوئی شک ہے. یہاں شک نہیں ہے, یہ کلام متحقق ہے. کہتے ہیں کہ غیر متحقق نہیں ہے. جب ہم کہتے ہیں کہ ایک شخص ہو سکتا ہے تو اس کا مطلب یہ ہے کہ 10 شخص نہیں ہو سکتے. اس طور پہ میں اس توازن کے ساتھ حسینی صاحب ہو سکتا نہ کریں, پھر لفظوں کے اندر بڑے معاملات ہوتے ہیں کہ ہو سکنا کے اندر ایک شبہ پایا جاتا ہے کہ ہوگا, پتہ نہیں ہو کہ نہ ہو. لفظوں کی ہم صاحب ایک بندے کی بات کریں تو پھر ایک بندہ ہو سکتا ہے نا, وہ تو حسین صاحب کی بات درست ہے. کوئی بات یہ ہے کہ ہماری فرد کیا ہوتا ہے, انسان کیا ہوتا ہے. الناس میں سے انسان ہو سکتا ہے کہ نہیں ہو سکتا, اور اگر ایک شخص ہو تو ہم کہیں کہ فلاں شخص ہے, یہ کہہ سکتے ہیں کہ نہیں کہہ سکتے. اور اگر ایک کو کہہ سکتے ہیں تو کیا دوسرے کو کہہ سکتے ہیں کہ نہیں کہہ سکتے. یہ سارے امکانات ہیں نا, ان کی بات ان سے پوچھیں ان سے پوچھیں. ہاں سب سے ہی پوچھ رہا ہوں میں, سب کے سامنے. یہ تو نہیں ہے کہ انہوں نے کان بند کیے ہوئے ہیں, وہ بھی سن رہے ہیں, سارے سن رہے ہیں. جب میں بات کر رہا ہوں تو یہ سب کوئی باتیں جا رہی ہیں. تو اس حساب سے بات تو یہاں سے چلی تھی کہ یہ بات تو میرا خیال ہے موجب نزاع نہیں ہے کہ ایک فرد جو ہے وہ انسانوں میں سے یا ناس میں سے ہوتا ہے. بات موٹی یہ ہے کہ ایک فریق کا موقف یہ ہے کہ وہ ایک فرد ہو نہیں سکتا, اس کی بعض علامات کی وجہ سے وہ ایک شخص میں نہیں سما سکتی. اس لیے اس سے مراد کوئی گروہ ہے, کوئی سسٹم ہے جو اس کے بہت سے افراد یا اس کا کوئی ماسٹر مائنڈ ہے. مطلب بے شک وہ ایک ہی شخص ہو لیکن اس کے کلپرزے ہیں آگے جو وہ کام کرتے ہیں, یہ بھی ممکن ہے. تو دوسرا یہ ہے کہ نہیں کوئی ماسٹر مائنڈ نہیں بلکہ وہ فرد خود ہی ہے جو یہ کرے گا. اس کے اوپر بحث چل رہی ہے. تو اب آپ اپنا بیان جاری رکھیں. کالو صاحب ہے وقت کہ آپ جا رہے ہیں؟ جی انکل, یہ نا جی میں اس کی علامات میں سے جو ایک علامت تھی نا مردہ زندہ کرنے والی, اس پر میں زیادہ زور دے رہا تھا کہ وہ خدا تعالیٰ کے قانون کے ساتھ بھی ٹکراتی ہے اور خدا تعالیٰ کے اپنی باتوں کے ساتھ بھی ٹکراتی ہے. جو قرآن کریم میں ہمیں اس نے سارا کچھ بتایا ہے, اللہ تعالیٰ نے
اگر یہ مان لیں کہ دجال وہ ایک شخص ہوگا اور وہ اسی طرح مردے زندہ کرے گا، مطلب وہ قتل کرے گا کسی شخص کو اور اس کو پھر کہے گا کہ دوبارہ زندہ ہو جا، تو وہ زندہ اور سلامت ہو جائے گا۔ مفتی صاحب نے اس پر میرے سامنے جی سورہ شعراء کی آیات پیش کی، جس میں ان جادوگروں کا ذکر ہے جنہوں نے حضرت موسیٰ علیہ السلام کے سامنے رسیاں پھینکی اور ان کے جادو سے وہ سانپ نظر آنے شروع ہو گئے، تو مفتی صاحب کہہ رہے ہیں لے جی ان جادوگروں نے وہ مردے زندہ کر دیے تھے۔ اس طرح کی کوئی بات نہیں ہے، یہاں پر زندہ آنے کی نظر آنے کی بات نہیں ہو رہی، حقیقت میں مردہ زندہ کرنے کی بات ہو رہی ہے۔ حدیث میں یہ لفظ نہیں ہے کہ وہ جادو کرے گا، حدیث میں یہ ہے کہ وہ اس کو 2 ٹکڑے کرے گا، پھر اس کو کہے گا کہ زندہ ہو جا، وہ زندہ ہو جائے گا۔ اس حدیث میں یہ بات ہے، حدیث میں کہیں نہیں کہا جا رہا کہ وہ کسی پتے کو پھینکے گا، وہ کسی رسی کو پھینکے گا تو پھر لوگوں کو کہے گا دیکھو یہ انسان ہے، تو وہ ان کو انسان نظر آنا شروع ہو جائے گا اس کے جادو سے۔ اس طرح کی کوئی بات نہیں ہے۔ سورہ شعراء کا اس بات سے کوئی تعلق نہیں بن سکتا نا۔ سورہ شعراء میں انہوں نے جادوگروں نے جادو کیا اور جادو کے سحر سے، جادو کی وجہ سے وہ رسیاں جو تھی وہ سانپ نظر آنی شروع ہوگی۔ اللہ تعالیٰ نے حضرت موسیٰ علیہ السلام کو کہا کہ اپنا عصا پھینکو اور ان کا جادو وہ ختم ہو جائے گا۔ حضرت موسیٰ نے اپنا عصا پھینکا اور ان کا وہ جو جادو تھا وہ ختم ہو گیا۔ حضرت موسیٰ کا جو عصا تھا ان سے بڑا سانپ ان کو نظر آنا شروع ہو گیا۔ تو یہ اور بات ہے، اور یہ جو مفتی صاحب نے جو حدیث میں مسلم میں اس کی نشانی بتائی گئی ہے دجال کی، یہ اور بات ہے۔ یہ دونوں آپس میں ان کا کوئی میچ نہیں ہے۔ پھر میں آپ کے سامنے حدیث پیش کرتا ہوں، یہ ابن ماجہ کی حدیث ہے، حدیث نمبر 2800 ہے، کتاب الجہاد ہے۔ اللہ کی راہ میں شہید ہونے کی فضیلت فرماتے ہیں حضرت جابر بن عبداللہ رضی اللہ تعالیٰ عنہ سے روایت ہے کہ جنگ احد کے دن جب جابر کے والد حضرت عبداللہ بن عمر قتل یعنی شہید کر دیے گئے تو رسول اللہ صلی اللہ علیہ وسلم نے فرمایا جابر کیا میں تجھ کو بتاؤں کہ اللہ عز و جل نے تیرے والد کے ساتھ کیا فرمایا؟ میں نے کہا جی ہاں۔ آپ نے فرمایا اللہ ہر کسی سے پس پردہ رہ کر کلام فرماتا ہے، لیکن تیرے والد سے آمنے سامنے کلام فرمایا۔ اللہ نے ان سے فرمایا اے میرے بندے کوئی خواہش کر میں تجھے دوں گا۔ انہوں نے کہا یعنی حضرت عبداللہ نے کہ عرض کیا اے میرے مالک مجھے زندہ کر تاکہ میں دوبارہ تیری راہ میں شہید ہو جاؤں۔ اللہ نے فرمایا میرا یہ فیصلہ پہلے ہی گزر چکا ہے کہ فوت ہونے والے دوبارہ دنیا میں نہیں بھیجے جائیں گے۔ ٹھیک ہے، یہ حدیث بھی ہے۔ قرآن میں نے ان کو سورہ یاسین کی آیت نمبر 50 بتائی تو مفتی صاحب نے کہا جی قرآن پر جھوٹ بول رہے ہیں۔ جی مفتی صاحب کون سا جھوٹ ہم قرآن کریم پہ بول رہے ہیں؟ میں نے آپ کو سورہ یاسین کی آیت نمبر 50 کا ایک چھوٹا سا آپ کو ترجمہ پڑھ کے سنایا کہ پس وہ وصیت کرنے کی بتوفیق نہ پائیں گے اور نہ اپنے اہل کی طرف لوٹ سکیں گے۔ یہ میں نے کہا ہے آپ کو سورہ یاسین کی آیت نمبر 50 میں۔ یہ آپ کی ایک کم ہو سکتی ہے، 49 ہو سکتی ہے اگر آپ بسم اللہ کے ساتھ نہیں لیتے، تو اس میں نے تو کوئی جھوٹ بولا۔ پھر میں نے آپ کے سامنے سورہ یاسین کی آیت نمبر 31 پڑھ کے سنائی کہ انہوں نے نہیں دیکھا کہ کتنی ہی نسلیں ہم نے ان سے پہلے ہلاک کر دی، یقیناً وہ ان کی طرف لوٹ کر نہیں آئیں گے۔ تو جو ایک دفعہ فوت ہو جاتا ہے یہ اللہ تعالیٰ کا قانون ہے، اللہ تعالیٰ کا فیصلہ ہے، وہ دوبارہ نہیں آتا جب تک اللہ قیامت نہیں آئے گی۔ قیامت کے روز اللہ نے کہا ہے کہ وہ دوبارہ ان سب کو زندہ کرے گا۔ وہ کس حالت میں زندہ کرے گا، کس طریقے سے زندہ کرے گا، ہمیں نہیں پتہ۔ بے شمار مفسرین اور بزرگان دین کہتے ہیں کہ یہ روحیں ہیں جو برزخ میں چلی گئی ہیں، وہی اللہ کے سامنے پیش ہوں گی۔ اللہ تعالیٰ ہماری ہڈیوں ہمارے جسم کو دوبارہ زندہ کرے تو وہ قادر ہے، لیکن وہ قیامت کے دن ہے۔ دنیا میں ہم دوبارہ نہیں آ سکتے، جب ایک دفعہ ہم فوت ہو جائیں گے دوبارہ ہم نہیں آ سکتے۔ یہ اللہ تعالیٰ کا قانون ہے، یہ قانون اللہ تعالیٰ نے قرآن کریم میں لکھا ہوا ہے۔ سورہ یاسین کی 2 آیات میں نے آپ کے سامنے پیش کی ہیں، پھر سورۃ الانبیاء میں اللہ تعالیٰ فرماتا ہے کہ یہ آیت نمبر ہے 95، ان کی 94 ہو سکتی ہے، اور قطعاً لازم ہے کسی بستی کے لیے جسے ہم نے ہلاک کر دیا ہو کہ وہ لوگ پھر لوٹ کر نہیں آئیں گے۔ یہ ساری آیات بتاتی ہیں کہ دجال کا یہ جو کہا جا رہا ہے نا کہ وہ بندے کو 2 ٹکڑے کرے گا اور پھر اس کو زندہ کرے گا، یہ ہو نہیں سکتا۔ یا تو اس حدیث کو ہم مانیں گے کہ نعوذ باللہ یہ ضعیف ہے اور من گڑت ہے، یا پھر اس کی طویل کریں گے، اور طویل یہ ہے کہ یہ میڈیکل انڈسٹری کی طرف اشارہ ہے، میڈیکل ترقی کی طرف اشارہ ہے، اور میڈیکل کی جو ترقی ہے وہ انہی اقوام نے کی ہے جن کی طرف مرزا صاحب نے اشارہ کیا ہے۔ اور اگر مسلمانوں نے یہ ترقی ان سے زیادہ کی ہے تو مجھے بتا دیں، میں کہوں گا کہ ہاں جی مرزا صاحب سے غلطی ہوئی ہے۔ نہیں، پھر انہوں نے مرزا صاحب کی کتب کی طرف اشارہ کیا تھا، تو میں نے یہ جو انہوں نے کہا جی با اقبال قوموں کو مرزا صاحب نے کہا ہے۔ مرزا صاحب نے یہ کہا ہے، پھر میں پڑھ دیتا ہوں
کہ اس پیش گوئی کو صرف ظاہری الفاظ تک محدود رکھنے میں بڑی بڑی مشکلات ہیں۔ قبل اس کے جو مسیح آسمان سے اترے 100 اعتراض پہلے ہی اتر رہے ہیں، ان مشکلات میں پڑھنے کی ضرورت ہی کیا ہے؟ ہمیں اس بات کی کیا حاجت ہے کہ ابن مریم کو آسمان سے اتارا جائے، اس کا نبوت سے الگ ہونا تجویز کیا جائے، ان کی اس طرح پر تحقیر کی جائے کہ دوسرا شخص امامت کرے اور وہ پیچھے مقتدی بنے، اور دوسرا شخص ان کے روبرو لوگوں سے بیعت امامت و خلافت لے اور وہ بدین حضرت دیکھتے رہیں، عہد مسلمین بن کر اپنی نبوت کا دم نہ مار سکیں، اور ہم اس قریب الشرک بلکہ سراسر شرک سے بھی بھرے ہوئے کلمے کو کیوں منہ سے بولیں کہ دجال یک چشم خدا تعالیٰ کی طرح اپنے اقتدار سے مردوں کو زندہ کرے گا۔ دیکھیں یہ بات مرزا صاحب یہاں پر بیان فرما رہے ہیں جو میں نے ان کو بتائی ہے کہ مردے زندہ نہیں کر سکتا ہو، اور سری خدائی کی علامتیں دکھلا دے گا، اور کوئی اسے یہ نہیں کہے گا کہ اے یک چشم خدا پہلے تو اپنی آنکھ تو درست کر، یعنی اس کی آنکھ کہانی ہے، وہ اپنی آنکھ درست نہیں کر رہا، باقی سارے کام کر رہا ہے، اپنی آنکھ کیوں نہیں ٹھیک کر رہا جی؟ اس کے پاس اتنی طاقتیں ہیں کہ وہ خزانے نکال رہا ہے، خوراک کے پہاڑ، روٹیوں کے پہاڑ اپنے ساتھ لیے پھر رہا ہے، انسان کو 2 ٹکڑے کرتا ہے، اس کو کہتا ہے زندہ ہو جائے، وہ زندہ ہو رہا ہے، اپنی آنکھ کیوں نہیں صحیح کر رہا؟ اور کوئی نہیں اس کو کہہ رہا کہ جناب پہلو اپنی اکھ دا تے علاج کرو، اینے کام تو ہی کرن لا پیو تے اکھ حل نہیں تہاڈی گو رہا، یہ کہانی لئی پھر دیو۔ کیا توحید اسلام، کیا وہ توحید جو اسلام نے ہمیں سکھائی ہے ایسی قدرتیں کسی مخلوق میں روا رکھتی ہے؟ کیا اسلام نے ان واحیات باتوں کو اپنے پیروں کے نیچے نہیں کچل دیا؟ عجیب بات یہ ہے کہ مسلمانوں کے نزدیک خر دجال بھی گویا ایک حصہ خدائی کا رکھتا ہے، اور کہتے ہیں کہ اس کا خر کا پیدا کرنے والا دجال ہی ہے، پھر جب وہ دجال محیو و ممیتو اور یعنی موت اور زندگی کا مالک ہے اور خالق بھی ہے، تو اس کے خدا ہونے میں کسر کیا رہ گئی؟ اس گدھے کی یہ تعریف کرتے ہیں کہ وہ مشرق و مغرب میں ایک روز میں سیر کرے گا، مگر ہمارے نزدیک ممکن ہے کہ دجال سے مراد با اقبال قومیں ہوں، اور گدھا ان کا یہی ریل ہو جو مشرق اور مغرب کے ملکوں میں ہزارہا کوسوں تک چلتی دیکھتے ہیں۔ یہ بات ہو رہی ہے یہاں پر۔ آگے انہوں نے جو کتاب کا نام لیا ہے وہ جلد 17 ہے، صفحہ 121 ہے، اس کی طرف بھی چلے جاتے ہیں جی، وہاں پہ کیا لکھا ہوا ہے۔ جلد 17 صفحہ 121۔ یہ برائن احمدی ہے، 55 ہوگی غالباً۔ نہیں، یہ گورنمنٹ اور انگریزی ہے۔ اچھا جی، گورنمنٹ انگریزی اور جہاد تحفہ گولڑیا، جی یہ گورنمنٹ 121 ہے تو یہی ہوگی، صفحہ نمبر 121۔ پڑھ دیں آپ اس کو؟ جی میں پڑھ دیتا ہوں۔ انکل آپ پڑھ دیں گے میں پڑھ دوں؟ نہیں، میرے پاس نہیں ہے آج آپ کے پاس کتابیں نہیں ہیں؟ میں ذرا دوسری کتاب ٹھیک ہے کوئی نہیں، پڑھ سب پڑھ دیں۔ پھر فرماتے ہیں، یہ ہم یہاں سے شروع کرتے ہیں، کہاں سے؟ اور من جملہ ان دلائل کے جن سے ثابت ہوا کہ مسیح موعود اسی امت میں سے ہوگا، قرآن شریف کے یہ آیت ہے، کنتم خیر امتم اخرجت للناس۔ اس کا ترجمہ یہ ہے کہ تم بہترین امت ہو جو اس لیے نکالی گئی ہو تاکہ تم تمام دجالوں اور دجال موعود کا خاتمہ فر کر کے ان کے شر کو دفع کر کے مخلوق خدا کو فائدہ پہنچاؤ۔ واضح رہے کہ قرآن شریف میں الناس کا لفظ بمعنی دجال موعود بھی آتا ہے، اور جس جگہ ان معنوں کو قرینہ قویہ متعین کرے تو پھر اور معنی کرنا مسیحیت ہے۔ چنانچہ قرآن شریف کے ایک اور مقام میں الناس کے معنی دجال ہی لکھا ہے، اور وہ یہ ہے، لَخَلْقُ السَّمَاوَاتِ وَالْأَرْضِ اکبر من خلق الناس، یعنی جو کچھ آسمان اور زمین کی بناوٹ میں اسرار اور عجائبات پر ہیں، دجال موعود کی تباہ کی بناوٹ اس کے برابر نہیں۔ یعنی گو وہ لوگ اسرار زمین و آسمان کے معلوم کرنے میں کتنی ہی جاں
ہی کریں اور کیسی ہی تباہ و وفا دکھلاویں، پھر بھی ان کی طبیعتیں ان اسرار تک پہنچ نہیں سکتی۔ یاد رہے کہ اس جگہ بھی مفسرین نے الناس سے مراد دجال موعود ہی لیا ہے، دیکھو تفسیر معلم وغیرہ۔ اور کرینہ قویہ اس پر یہ ہے کہ لکھا ہے کہ دجال موعود اپنی ایجادوں اور سنتوں سے خدا کے کاموں پر ہاتھ ڈالے گا اور اس طرح پر خدائی کا دعویٰ کرے گا، اس بات کا سخت تحریض ہوگا کہ خدائی باتیں جیسے بارش برسانا، پھل لگانا، انسان وغیرہ حیوانات کی نسل جاری رکھنا اور سفر اور حضر اور صحت کے سامان فوق العادت طور پر انسان کے لیے مہیا کرنا، ان تمام باتوں میں قادر مطلق کی طرح کاروائیاں کرے اور سب کچھ اس کے قبضہ قدرت میں ہو جائے اور کوئی بات اس کے آگے انہونی نہ رہے، اور اسی کی طرف اس آیت میں اشارہ ہے۔ اور خلاصہ مطلب آیت یہ ہے کہ زمین و آسمان میں جس قدر اسرار رکھے گئے ہیں جن کو دجال بذریعہ علم طبی اپنی قدرت میں کرنا چاہتا ہے، وہ اسرار اس کے اندازہ جوادت طبع اور مبلغ علم سے بڑھ کر ہیں، جیسے کہ آیت مہدومہ میں الناس کے لفظ سے دجال مراد ہے۔ ایسا ہی آیت اخرجت یہ سین صاحب کیا آیت ہے، ایک دفعہ آپ اخرجت للناس، اخرجت للناس، ہاں اس اخرجت للناس میں بھی ناس کے لفظ سے دجال ہی مراد ہے، کیونکہ تقابل کے قرینہ سے اس آیت کے یہ معنی معلوم ہوتے ہیں کہ تم خیر الناس ہو اخرجت للشر الناس، اور شر الناس سے بلا شبہ گروہ دجال مراد ہے، کیونکہ حدیث نبوی سے ثابت ہے کہ آدم سے قیامت تک شر انگیزی میں دجال کی مانند نہ کوئی ہوا اور نہ ہوگا، اور یہ ایک ایسی محکم اور قطعی دلیل ہے کہ جس کے دونوں ہی سے یقینی اور قطعی اور عقائد مسلمہ میں سے ہیں۔ یعنی جیسا کہ کسی مسلمان کو اس بات سے انکار نہیں کہ یہ امت خیر الامم ہے، اسی طرح اس بات سے بھی انکار نہیں کہ گروہ دجال شر الناس ہے۔ اس تقسیم پر دو آیاتیں بھی دلالت کرتی ہیں، سورہ لم یکن میں ہیں، اور وہ یہ ہیں، یہ کس صورت کا حضور نے البینات بینہ ہوگی جی، سورۃ البینہ کی آیت نمبر 7-8 کا آپ نے یہاں پر حوالہ دیا ہے۔ فرماتے ہیں دیکھو اس آیت کی روح سے ایک ایسے گروہ کو شر البریہ کہا گیا ہے جس میں سے گروہ دجال ہے، ایسے گروہ کو خیر البریہ کہا گیا ہے جو امت محمدیہ ہے۔ بہرحال آیت خیر امہ کا لفظ الناس کے ساتھ مقابلہ ہو کر قطعی طور پر ثابت ہو گیا کہ الناس سے مراد دجال ہے، اور یہی ثابت کرنا تھا، اور اس مقصد پر ایک یہ بھی بزرگ قرینہ ہے کہ خدا کی عادت حکیمانہ یہی چاہتی ہے کہ جس نبی کے عہدہ نبوت میں دجال پیدا ہو، اسی نبی کی امت کے بعض افراد اس فتنہ کے فروع کرنے والے ہوں، اور نہ یہ کہ فتنہ تو پیدا ہوئے عہد نبوت محمدیہ میں اور کوئی گزشتہ نبی اس کے فروع کرنے کے لیے نازل ہو۔ یہی قدیم سے اور جب سے کہ شریعتوں کی بنیاد پڑی سنت اللہ ہے کہ جس کسی نبی کے عہدہ نبوت میں کوئی مفسد فرقہ پیدا ہوا، اسی نبی کے بعد جلیل الشان اور وارثوں کو اس فساد کے فروع کرنے کے لیے حکم دیا گیا۔ جی ہاں، اگر یہ فتنہ دجال کا مسیح کے عہد نبوت میں ہوتا تو ان کا حق تھا کہ خود وہ یا کوئی ان کے حواریوں اور خلیفوں میں سے اس فتنے کو فروع کرتا، مگر یہ کیا اندیر کی بات ہے کہ یہ امت کہلاوے تو خیر الامم، مگر خدا تعالیٰ کی نظر میں اس قدر نالائق اور نکمی ہو کہ جب کسی فتنہ کے دور کرنے کا موقع آوے تو اس کے دور کرنے کے لیے کوئی شخص باہر سے مامور ہو۔ یہ بات انہوں نے یہاں پر حضرت صاحب نے کی ہوئی ہے۔ میں کہتا ہوں کہ یہ بہت لمبا مضمون ہو جائے گا اگر میں سارے پڑھوں گا تو۔ ٹھیک ہے، چلیں جتنا آپ پڑھنا چاہتے ہیں۔ جی، تو حضرت صاحب نے یہاں پر دجال کو جو تشبیہ دی ہے یعنی دجال بتایا ہے تو وہ اسی آیت سے بتایا ہے کہ اللہ تعالیٰ نے وہ جہاں بھی انہوں نے ذکر کیا ہے وہ ان کا موقف ہے دجال کے متعلق کہ یہ ہو سکتا ہے اور یہ نہیں ہو سکتا۔ جی ٹھیک ہوگی بات۔ تو جس طرح میں نے آپ کو حضرت مرزا غلام احمد قادیانی علیہ الصلوۃ والسلام نے بھی یہ بات کی اور میں نے بھی کی کہ یہ اس کے لیے ممکن نہیں ہے کہ وہ مردوں کو زندہ کرے، ہو ہی نہیں سکتا کہ وہ 2 ٹکڑے کرے، اور یہ خدائی صفات ہیں۔ ٹھیک ہوگی جی میرا خیال ہے اگر آپ نے جانا ہو تو اس کو جی میں اب کلوز کر لیتے ہیں اس طریقے سے کہ کچھ کٹ شارٹ کر کے، ایک تو
ऐसी आम फहम गुफ्तगू होनी चाहिए। अगर बहुत स्किल हो तो आम लोगों को समझ नहीं आती। बेशक अगर उसमें मंतक में चले जाएं, ग्रामर में चले जाएं, वो जितना सलीस कर सकें बात को, ताकि अवाम नास ही सुन रहे हैं ना, वो सारे लोग वो तो नहीं है कि वो मदरसों के पढ़े हुए हैं, हाँ जी, तो उनके फरिश्ते तो नहीं है, चाहिए। और दूसरा इंसान ही। इसके मजमून को थोड़ा सा नैरो करने की ज़रूरत है कि एक शख्स या ज़्यादा शख्स, और क्या एक शख्स से मुमकिन है वो बातें, और उसको अप्लाई करके दिखाना ज़रूरी है कि एक शख्स रोटियों के पहाड़ की बात है उसमें या नहीं है। मतलब यही लफ्ज़ है रोटियों के पहाड़ की, जी जी, उससे मुराद ज़ाहरी रोटियां तंदूर की पकी हुई या वो, और पहाड़ का मतलब पहाड़ को बड़ा हो जाता है। ऐसा मुमकिन है या उसकी वजह से कुछ तावील करने की जरूरत है या नहीं तावील करने की जरूरत है, ऐसा भी मुमकिन है, समझने की जरूरत है, जिसमें हमें नैरो करके इस पे आने की जरूरत है कि बजाय इसके कि हम उसको फैला दें, कभी उसके हवाले पढ़ने शुरू कर दें, कभी जिंदगी मौत की बात शुरू कर दें, वो तो ज़िमनी मज़ामीन फिर बहुत लंबी हो जाती है। उसको किसी तरीके से बात समेटनी चाहिए, जरूरी है। तो मुफ्ती साहब की खिदमत में मैं अर्ज करूंगा, फिर मेरा ख्याल है अब मैंने पॉइंट लिख लिए हैं। जी जी ठीक है। अच्छा जी ठीक है जज्जा भाई, इंशाल्लाह फिर आप बात करें। अच्छा, गुजारा ये है कि जो सवाल हुआ था उसका एक बात भी करने जवाब के लिए इन्होंने तैयार ही नहीं है। मुफ्ती साहब की बात सुनो। आप रहे इधर, आप ना जाए, मैं बात कर रहा हूँ अभी, मुझसे नहीं कोई बात करेगा भाई जवाब इनमें से। देने दें मुझे हुसैनी साहब, मुझे मैं जवाब दे सकता हूँ? हाँ हाँ, आपकी बात, मैं उनको मना कर रहा हूँ कि सारे खामोश हो जाए, मुफ्ती साहब की बात सुन। जी बिल्कुल, जी जी, है जी। नहीं नहीं, मेरा ख्याल है बेहतर यही है कि उन्हीं के साथ ही गुफ्तगू रहे, वो फिर फ्लेवर बदल जाता है। कोई अर्थ नहीं, हम दूसरा सेशन कर लेंगे किसी दूसरे मौके। हाँ, इनके साथ कोई नया मजमून शुरू करना है तो बेशक कर लेना, वो भी ठीक। लेकिन अभी जो बातें कही हैं उनका जवाब तो मुझे दे लेने दें कि नहीं देना? जरूर आपने देना, क्यों नहीं, मैं तो जी मुझे फिर सुने जरा फिर। बिल्कुल, क्यों नहीं। अच्छा, गुजारा ये है कि जनाब ये इन्होंने तो फिर मैं म्यूट करता हूँ, सॉरी एक बात करूंगा, म्यूट करूंगा तो नहीं, एक बात करके फिर मैं म्यूट मुझे करता हूँ। बात नहीं करने अगर मौका दें यही कादियानियों का तरीका होता है। एक मिनट मुफ्ती साहब ने मुकम्मल कर लेने दो, फिर तुसी इत्थे ही हो, कर लियो गल जरूर, क्यों नहीं। चलो ठीक है जी जी मुफ्ती साहब, मैंने मुफ्ती साहब के नाम की गल हो ये सकती देख है, ले फिर बोल रहे हैं ना, नहीं बोलते, ठीक है बात करें आप। जी जी। अच्छा, गुजारा ये है कि सूरह यासीन की आयत 50 का इन्होंने गलत बताया था, उसका इन्होंने कोई साबित नहीं किया। मैंने हवाले दिए थे, मैंने कहा कि यासीन की आयत 50 क्या है, उसका कोई पढ़ सकते हैं आप? बहरहाल वो सुनने देखने वाले खुद कर लेंगे। इसको मुख्तसर करते हैं, मैंने बहुत कुछ बोलना है, काफी पॉइंट मैंने लिखे। ठीक है ठीक है, आप खुद कह रहे हैं, शिकवा कर रहे हैं कि इसको मुख्तसर करें। ठीक है, नहीं नहीं नहीं, आप बड़ी तफसील से करें बात। कोई, मेरा मकसद है कि उस मजमून को हम नैरो करके किसी तरह से ऐसे तरीके से ले आए, वरना आपको नहीं मैं कह रहा, आप बात करें। जी। अच्छा, गुजारा ये है कि दज्जाल से मुराद, मिर्जा साहब कहते हैं नास है, दज्जाल से मुराद शैतान है, दज्जाल से मुराद ग्रोह मुफसदीन है, दज्जाल से मुराद ईसाइयत का भूत है, दज्जाल से मुराद पादरियों का फिरका है, दज्जाल से मुराद इकबालमंद अकवाम है। कौन सी कुरान की आयत में लिखा हुआ है? कौन सी हदीस है? कौन सी लुगत है? लिसानुल अरब, ताजुल रूस, अल मुहीत, अल मुंजिद कहाँ पे गई? वो जो मैंने हवाले लिखवाए थे वो पूरी पूरी पढ़ रहे हैं। अच्छा, वो अगे ना ज्यादा कट्टा खोल गई है। पहले तो वो सफा नंबर ये जिल्द थी 17 और सफा नंबर 121 की एक लाइन मैंने बताई थी, तो इन्होंने जब ये 3 सफे, बल्कि 1 2 3 4 सफे पढ़े हैं, 4 सफे पढ़े हैं, यहाँ पे तकरीबन 40 से तराजात और कायम हो गए। चलो, पहले एक था तो एक लाइन रहती तो वो गुजारा हो जाना था, अब 40 हो गए हैं जनाब। सही है। मोटे मोटे मैं 2-3 यहाँ पे अर्ज कर देता हूँ। सफा नंबर 120 के ऊपर मिर्जा साहब कहते हैं, वाजे रहे कि कुरान शरीफ में अन्नास का लफ्ज बमाने दज्जाल माहूद भी आता है। वो कौन सी आयत है भाई? लेके आओ, लेके आओ, मिर्जा साहब ने कहा है। अब ये पहले से ज्यादा बिखर गया काम।
वो अगर जो हवाला मैंने दिया था उस पर रहते तो काम सिमटा रहना था। अब ये आगे पीछे से पढ़ने से ना वो पहले नाल ज्यादा बिगड़ गई है। अच्छा जी, अगली बात ये कि जनाबे मन, यहाँ से एक और मोटी मोटी बात, सफा 122 के ऊपर ये लिखा है मिर्जा साहब ने अरबी के अंदर, जनाब कुंतुम खैरा उम्मतिन उखरिजत लिशर्रिन नासिल्लज़ी हुवा दज्जालुल माहूद। कहाँ पे लिखा है भाई? कौन सी कुरान की आयत हदीस है? कहाँ पे लिखा है या लुगत है? कहाँ पे लिखा है बताओ, दिखाओ, इसका हमें सबूत चाहिए। अगली बात यह है कि ये पढ़ने बैठे थे मिर्जा साहब की किताब, और मिर्जा साहब की किताब देख के नहीं पढ़ रहे, देख के पढ़नी नहीं आ रही, वो आपको पूछ रहे हैं कि हुसैनी साहब पढ़े आज की लिखे है, हालात देख ले इनके, ऊपर से देख के नहीं पढ़ना आ रहा, ऊपर से। और किताब कौन सी है? मिर्जा साहब की है, हालात देख ले इन मुरब्बियों के। अच्छा जी, फिर जनाबे मन, मुर्दे जिंदा नहीं हो सकते, नहीं हो सकते, चलो मुर्दे जिंदा फिर करके भाइये तो फिर खोलो सीरतुल महदी सफा नंबर 811 और हदीस नंबर कादियानियों की 949 है। कहते हैं जी, बयान किया कि एक दफा हजरत मसीह ने एक किस्सा बयान फरमाया कि एक बादशाह था, उसकी लड़की पर कोई फकीर आशिक हो गया और कोई सूरत वसल की ना थी, कहाँ वो फकीर और कहाँ वो बादशाह जादी। आखिर वो फकीर इस गम में मर गया। जब गुस्ल देकर वो और कफन पहनाकर उसे दफन करने के लिए तैयार किया गया तो लोगों ने देखा कि इसके होंठ भी हिल रहे हैं। कान लगाकर गौर से सुना तो वो शेर ये सुना रहा था कि जाने मरा बिमन बियार रेद, दी मुर्दा तनम बदू सपा रेद, गर बोसा दहद बरी लबानम, वर जिंदाए शोम अजब मदारेद। बादशाह ने सुनकर कहा, अच्छा इसकी आजमाइश कर लो। चुनाचे शहजादी को कहा कि इस मुर्दा को बोसा दो। उसके बोसा देने की देर थी कि वो शख्स उठ बैठा। लो ये थे चुमियां दे के मुर्दे जिंदा हो रहे ने। ये जेडी रवायत चुमियां कुड़ी आके चुम्मी लवेगी तो फिर मुर्दे ने जिंदा होना जे। चुम्मियां ले के मुर्दे जिंदा हो रहे ने। ते कुरान की जो आयतें मैं पेश कर रहा हूँ, हदीस पेश कर रहा हूँ, वो उस पर इत्माद ही कोनी इनको। मैंने कुरान की आयतें बताई कि मुर्दा जिंदा शोबदेबाजी से फिरौन के हवारियों ने किए। फिर हदीस जो अभी जेरे बहस है उसके अंदर अल्लाह के नबी जब फरमा रहे हैं कि वो दज्जाल एक मर्द के 2 हिस्से करेगा, तो जब करेगा तो करेगा, हाँ हदीस के अंदर है। अच्छा, कुरान और हदीस को मानने के लिए कादियानी तैयार नहीं होते, लेकिन मिर्जा कादियानी के मुर्दा जिंदा करने पर तैयार हो जाते हैं। हाँ जी, हाँ जी, वो ना हजरत मसीह ने चूंकि फरमाया था, ये बिल्कुल ठीक बात है। आगे बात तो ये हदीस की हो रही है, जो कि मैंने कादियानियों के घर के अंदर से ये हदीस लेके आया हूँ कि alislam.r के ऊपर मुस्लिम शरीफ रखी हुई है और उसकी जिल्द नंबर 15 है और सफा नंबर 123 है और हदीस नंबर 5214 है। उसके अंदर मैं ऊपर से पढ़ के सुना रहा हूं। या तो ये तुमने तर्जुमा ये करना था ना, ये सब इख्तियारे की बातें हैं और ये सब धोखाधड़ी है, लिखना था साथ। वो क्यों नहीं लिखा तुम लोगों ने? कहना था ना कि ये भाई बड़े इख्तियारे की बातें हैं, इशारों के नायों में बातें हुई हैं। यहाँ पे दज्जाल से मुराद असल में होता है नास, दज्जाल से मुराद होता है शैतान, ग्रोह मुफसिदीन, ईसाइयत का भूत, पादरियों का फिरका और इकबालमंद कौन में। ये लिखना था ना, क्यों नहीं लिखा? किताब तुम्हारी है। अल्लाह इस बंदे ने नहीं दिया, मुझे जवाब देने दे। जवाब अभी कंप्लीट नहीं हुआ। जो इतने तावले ना उनके जवाब देने दे। वो इमरान खान की जो इतनी लंबी चौड़ी तकरीर करके गया है वो आपने सुन ली है, जवाब देने दे। मौलवी साहब ये आदि मुजरम है कि ये अपने मस्जिदों में तकरीर करने के आदी होते हैं, तो इसलिए वो तकरीरें करने शुरू कर देते हैं। जज्जा साहब गल करने जी जी जी। अच्छा, बात दज्जाल की हो रही है और हदीस की हो रही है, बीच में इब्ने मरियम के किस्से को ले हैं जी। इब्ने मरियम को आसमान से उतार लाओ, और ये किसने कहा है जी? ये मिर्जा साहब ने कहा है जी।
भाई आज तो तुमने वो मिर्जा साहब की किताबों को भी खोल के पढ़ लिया, लेकिन समझाया कुछ भी नहीं, तिलावत करके चले गए हो बस। और वो उल्टे फंस गए उसके अंदर इतने सवालात, यकीन जाने वक्त की कमी है, नहीं तो ये इन 4 सफों के अंदर इतने सवालात मैंने टिक कर लिए हैं। बस ये टिक कर लो तो ਇਹਦੀ ਕੋਈ ਤਫਸੀਲ ਬਣਾ ਲਓ ਤੇ ਫਿਰ ਆਇੰਦਾ ਇਨਸ਼ਾਅੱਲਾ ਨਵੇਂ ਸੈਸ਼ਨ ਵਿੱਚ ਲਗਾਵਾਂਗੇ। ਤੇ ਕਾਲੋਂ ਸਾਹਿਬ ਤੇ ਕਿਤੇ ਉਹਨਾਂ ਦੇ ਦੋਸਤ ਨੇ ਆਉਣਾ ਹੈ, ਉਹਦੀ ਵਜ੍ਹਾ ਨਾਲ ਚਲੇ ਗਏ ਨੇ। ਤੇ ਫਿਰ और अगली बात कि ये रोटियों का पहाड़ वो उठाए हुए होगा, ये कौन सी हदीस के अंदर है जिसके अंदर इन्होंने बड़ा ठट्ठा भी किया है और हंसी मजाक भी की है। ठीक है। और आपने हालांकि ये पूछा तो- भी कि वो हदीस के अंदर यही मौजूद ये है कि तो वो बता रोटियों कर का गए पहाड़ हैं। उठाए हुए होगा, तो इन दोनों ने, जज्जे ने भी और इमरान कल्लू ने भी कहा हाँ जी हदीस के अंदर है। ये अभी भी ठट्ठा कर रहे वो हैं। बता कर गए हैं रोटियों का पहाड़, गंदम का पहाड़ या जिसका भी पहाड़, वो अनाज का हुसैनी पहाड़ साहब एक उठाए, बात अनाज मेरी इंसानी बेनशी खुराक है। करिएगा। हुसैनी साहब एक मिनट माजरत के अनाज साथ जो होता है वो यार, एक इंसानी मिनट, खुराक मेरी बात है, करने दे और मुझे। वो उठाए मुझे चलेगा बात और उन कंप्लीट करने दे, कौमों की बस तरफ जाएगा। मेरी बात सुने, कंप्लीट होने लगी उन है। कौमों लेने की बात पूरी करवा ले मुझे भाई। बात करने दे, अभी चुप कर जा तू, चुप कर जा जरा, मुझे बात कंप्लीट करने दे। अच्छा हुसैनी साहब, मैं जब आया हूं तो मैं यकीन जाने बात नहीं करना चाह रहा था इस गुस्ताख इमरान कालू से, तो मैंने इसीलिए सवाल आपसे कर दिया था डायरेक्ट के। एक मिनट हुसैनी साहब, हुसैनी साहब एक मिनट जी, तो मैं एक मिनट, तो मैं फिर आपने बात शुरू करवा दी है, तो बहरहाल मैं तो इनसे बात ही नहीं, और ये जज्जे से तो बिल्कुल भी नहीं, ये गुस्ताख है हमारे नजदीक, और ये जब तक ये तौबा नहीं करेंगे तो बिल्कुल इनको माफी मिलनी को नहीं है। ये इतनी अहलियत नहीं रखते कि हम इनसे बात करें। बकवास ना किया करो, जिसका जवाब ना दे सको उसके ऊपर शातिमियत का इल्जाम लगाओ। ये मौलवियों का इरादा होता है, यही होता है। इस पर मैं यही कहूँगा, मोहम्मद कादियानी जवाब नहीं ना दे सका था पादरियों का, इसलिए शातिमियत का इल्जाम लगा दिया था। सही शातिमियत करते हैं, अब लगे हो भौंकने, इसलिए यही मतलब है ना कि मिर्जा गुलाम अहमद कादियानी के पास जवाब नहीं था, लाजवाब हो गया था। पादरियों के आगे लाजवाब हो गया, हिंदुओं के आगे लाजवाब हो गया, और फिर कह दिया ये शातिमियत करते हैं। थप्पड़ मारे हैं उसने, यही मतलब है ना। कुत्ता बनाकर वहां से निकाला है, तुम्हारी हदीसों में जो लिखा हुआ है। तुम इतने बगैर बनने लगे हो। हाँ एक मिनट जी, पहले बोलना सीख अनपढ़ जाहिल। हाँ जी बोलो अब बोलो। मिर्जा गुलाम अहमद कादियानी लाजवाब हो गया था ना साइयों के आगे, लाजवाब हो गया था, इसलिए कहता था कि इन्होंने शातिमियत की है, मौलवी बने फिरते हो, इसलिए 100 बार मूत्र मारने लग गया था मिर्जा कादियानी, से बात करो, मूत्र निकलने लग गया था उसका। गुस्सा से बात ना करो, तुम आते हो भागकर मुझसे बात कर, बोल अब 100 बार मूत्र इसलिए मारने लग गया था मिर्जा कादियानी के, लाजवाब हो गया था, एक मिनट इसलिए कहता था मैं शातिम है। आहिस्ता बोल, यहूदी ना बन, आहिस्ता बोल, शास्त्री से बोल, शास्त्री से बोल। वो तो शाइस्तगी से बोलोगे तो शाइस्तगी से जवाब मिलेगा, बकवास करोगे तो हमारे मुंह में भी जुबान है। ठीक है, ठीक है। जी अस्सलाम वालेकुम। वालेकुम सलाम। जी की हाल है? जी सनी साहब अल्हम्दुलिल्लाह। जी किधर गए रहे दोस्त? भाई कॉल पे लें ये आ गए ने नासिर साहब। अस्सलाम वालेकुम। वालेकुम सलाम व रहमतुल्लाहि व बरकातुहू। हुसैनी साहब के हाल है, खैरियत है, ठीक हो? जी अल्हम्दुलिल्लाह सब खैर है।
ਉਹ ਗੱਲ ਇਹ ਹੈ ਕਿ ਥੋੜਾ ਜਿਹਾ ਜਿਸ ਵਕਤ ਨਹੀਂ ਸਾਨੀ ਸਾਹਿਬ ਗੱਲ ਪਤਾ ਕੀ ਹੈ, ਇਹ ਜੱਜਾ ਜਿਹੜਾ ਹੈ ਨਾ ਇਹ ਕਰਦਾ ਸ਼ਤਮੀਅਤ ਸਿੱਧੀ ਠੀਕ ਹੈ, ਤੇ ਸ਼ਤਮੀਅਤ ਦਾ ਫਿਰ ਜਵਾਬ ਸਾਡੇ ਕੋਲ ਸਖਤ ਜ਼ਬਾਨ 'ਚ ਹੈ ਕਿਉਂਕਿ ਸਾਡੇ ਕੋਲ ਨਰਮੀ ਕੋਈ ਨਹੀਂ ਇਸ ਮਾਮਲੇ 'ਚ। ਨਹੀਂ ਇਹ ਤੇ ਹੈ, ਤੇ ਤੁਹਾਡੇ ਕੋਲ ਗੁਜ਼ਾਰਿਸ਼ ਹੈ ਕਿ ਇੰਜ ਦੇ ਸ਼ਤਮਾਂ ਨੂੰ ਜਿਹੜਾ ਨਾ ਕਾਲ ਤੇ ਨਾ ਹੀ ਚੁੱਕਿਆ ਕਰੋ। ਗੁਜ਼ਾਰਿਸ਼ ਹੈ ਕਿਹਦੇ ਨਾਲ ਗੱਲ ਕਰਨੀ ਹੈ, ਇਹ ਹੈ ਨਾ ਦੇਖੋ ਕੱਲ ਵੀ ਉਹ ਗੱਲ ਹੋਈ ਹੈ ਨਾ ਉਸਤਾਦ ਮੁਹਤਰਮ ਨਾਲ ਕਿਸੇ ਮਰਜ਼ਈ ਦੀ, ਠੀਕ ਹੈ। ਇੰਜ ਦੇ ਲੋਕ ਜਿਹੜੇ ਨੇ ਜਿਹੜੇ ਬੰਦੇ ਦੇ ਪੁੱਤ ਨਾਲ ਗੱਲ ਕਰਦੇ ਨੇ ਉਹਨਾਂ ਨੂੰ ਲੈ ਲਿਆ ਕਰੋ ਕਾਲ ਤੇ ਚੁੱਕਿਆ ਉਸਤਾਦ ਮੁਹਤਰਮ ਨੂੰ, ਮੁਫਤੀ ਸਾਹਿਬ ਨੂੰ। ਹਾਂਜੀ ਉਹਨਾਂ ਦਾ ਥੱਲੇ ਕਮੈਂਟ ਆਇਆ ਤੇ ਥੋੜੀ ਜਿਹੀ ਨਾ ਸਾਨੀ ਸਾਹਿਬ ਕਮੈਂਟਾਂ ਤੇ ਵੀ ਧਿਆਨ ਰੱਖਿਆ ਕਰੋ। ਇੱਕ ਹੁਣ ਥੱਲੇ ਬੰਦਾ ਨਹੀਂ ਸਾਰੇ ਪਾਸੇ ਨਹੀਂ ਧਿਆਨ, ਇਤਨੀ ਜ਼ਿਆਦਾ ਤਕਲਫ ਅਸੀਂ ਨਹੀਂ ਉਠਾਣਾ, ਬਸ ਜਿਹੜੀ ਗੱਲ ਹੋ ਰਹੀ ਉਹ ਹੀ ਕਾਫੀ, ਉਹ ਕਰਦੇ ਰਹਿੰਦੇ ਕਮੈਂਟਮੈਂਟ, ਉਹਦਾ ਕੋਈ ਫਰਕ। ਅੱਛਾ ਸਾਨੀ ਸਾਹਿਬ ਜੀ ਜੀ ਮੇਰੀ ਤਰਫੋਂ ਕੋਈ ਜ਼ਿਆਦਤੀ ਤੇ ਨਹੀਂ ਹੋਈ, ਕੋਈ ਦੱਸ ਦਿਓ। ਤੁਸੀਂ ਬਹੁਤ ਅੱਛੀ ਉਮਦਾ ਗੁਫ਼ਤਗੂ ਕੀਤੀ ਹੈ। ਬਸ ਮੈਂ ਸਿਰਫ ਇਹੋ ਹੀ ਗੱਲ ਤੇ ਅਸੀਂ ਵੇਖੋ ਡਿਬੇਟ ਕਰਨ ਵਾਲੇ ਬੰਦੇ ਆ, ਡਿਬੇਟਰ ਜ਼ਰੂਰ ਡਿਬੇਟ ਕਰਾਂਗੇ, ਲੇਕਿਨ ਡਿਬੇਟ ਵੀ ਕਿਸੇ ਅਸੂਲ ਦੇ ਤਹਿਤ ਕਰਾਂਗੇ, ਐਵੇਂ ਨਹੀਂ ਨਾ ਜਿਹੜੀ। ਜੀ ਅੱਛਾ ਮੈਨੂੰ ਨਾ ਇਜਾਜ਼ਤ ਦੇ ਦਿਓ ਤੇ ਮੈਂ ਇਸ ਮਾਹੌਲ ਦੇ ਅਸੀਂ ਵੀ ਅਸੂਲ ਦੇ ਤਹਿਤ ਕਰਨੇ ਚਾਹੁੰਦੇ ਹਾਂ ਗੱਲ। ਹੁਸੈਨੀ ਸਾਹਿਬ ਬੰਦਾ ਜਿੱਥੇ ਆਏਗਾ ਨਾ, ਜਿਵੇਂ ਮਾਜ਼ਰਤ ਨਾ ਹੁਸੈਨੀ ਸਾਹਿਬ ਮੈਂ ਨਹੀਂ ਰਹਿ ਸਕਦਾ, ਮਾਜ਼ਰਤ ਹੁਸੈਨੀ ਸਾਹਿਬ। ਠੀਕ ਹੈ ਨਿਕਲ ਜਾਓ ਫਿਰ, ਚਲੋ ਤਿੱਤਰ ਹੋ ਜਾਓ, ਸਾਰੇ ਤਿੱਤਰ ਹੋ ਜਾਓ ਇੱਥੋਂ। ਵੇਖੋ ਤੁਸੀਂ ਹੁਣ ਹੁਸੈਨੀ ਸਾਹਿਬ ਇੱਕ ਗੱਲ ਕਰਾਂਗਾ ਜੀ ਹੁਸੈਨੀ ਸਾਹਿਬ ਇੱਕ ਗੱਲ ਕਰਾਂਗਾ ਕਿ ਗੁਫ਼ਤਗੂ ਦੇ ਬਿਨਾਂ ਆਦਾਬ ਹੁੰਦੇ ਨੇ ਸਾਡੇ ਉਸਤਾਦ ਮੁਹਤਰਮ जी अस्सलाम वालेकुम रहमतुल्लाह। आपने घंटों बात सुनकर फिर जवाब देने की कोशिश की है। चुप कर एक मिनट, बकवास बंद रख, बकवास बंद रख तू मौलवी, बकवास बंद रख अपना। तो बीच में आके जो शुरू हो जाता है हर बात में बोलने की आदत है, खबीस इंसान। चुप कर तू चुप कर एक मिनट, तुझे बोलना नहीं आता, तू बोल नहीं सकता। तू क्या बोल देता है, बकवास बंद रख, जरा शर्म नहीं है तुझे, जरा आराम से बोलो, शाइस्तगी से बोलोगे तो बहुत अच्छी बात है, वरना तुम्हारी जो पगड़ी है ना, वो तुमने तस्वीर लगाई है, ये मैं उतार कर तुम्हारी पगड़ी के सर से उतार कर जूतियां मारूंगा तुझे। मैं तेरे मिर्चे कादियानी को कब्र से जितना तुम लोगों का लिहाज किया है, तुम लोग इतनी बकवास करते हो, कुत्ते हो, गधा। तेरे अंदर जरा गैरत नहीं है, तुझे जरा शर्म नहीं है। चुप करके आराम से बात कर हुसैनी साहब से। एक मिनट चुप कर जा, अब मैं तुम्हें वार्निंग दे रहा हूँ, हुसैनी साहब से बात कर ले, मुंह बंद रख अपना, चुप कर जा, बकवास बंद रख, चुप कर जा, तू चुप कर जा, बकवास नहीं कर, एक मिनट मुंह बंद कर ले। मैं सानी साहब के साथ बात कर रहा हूँ, चुप कर, तू बीच में ना बोल, आराम से, हर ठीक हो गया, हुसैनी साहब से बात करो, टांग अड़ानी होती है। उस्ताद मोहतरम बात कर रहे हैं, हुसैनी साहब मैं थल्ले चला, जट नु ले लो, राजपूत जट साहब दा आपस च जुराना पाओ। हुसैनी साहब को ले लो, हुसैनी साहब को ले लो, हुसैनी साहब बात करो आप इनसे। जी ठीक है, ओके जी सानी साहब बात ये है कि देखें जी सानी साहब मैं एक गुजारिश करूंगा, देखें आप मुफ्ती साहब, यार इस बंदे को नहीं राम लगता, इस बंदे के अंदर पता नहीं जजा साहब कौन सा कीड़ा है जो इसको हर बार ना एक मिनट के बाद राजपूत साहब ने भी कल कर। मैं फिर यहाँ पे एक बात कर मुल्ला निकाल दूंगा, इस तरह अपनी जुबान पर लगाम दो, अपनी जुबान पर लगाम देकर बात करो। राजपूत साहब बड़े प्यारे बंदे हैं, जैसा मुंह पेश करोगे वैसे ही आगे से चपेट पड़ेगी, जैसा मुंह तुम पेश करोगे तुम्हारे मुंह पर भी उसी तरह तुम्हारे लिए भी वही मिसाल है, दोनों के लिए एक ही है, इसलिए हुसैनी साहब से बात करो, मेरा नाम नहीं लेना दरमियान में। मोहब्बत नाल गल करो, प्यार नाल गल करो, ते जे थकावट हो गई है ते रेस्ट ले लेने, ब्रेक ले लेने, ऐसी केड़ी गल नहीं थकावट मैं उस्ताद मोहतरम दी देखो अदब एहतराम नाल मैं गल कर रहा हूं कि ना बात नहीं कर रही है, वो काल से लाना है ना, आइंदे बंदे काल से लाना है तो फिर मेहरबानी करके सानू बेशक थल्ले ला दिया करो, जज़ाकल्लाह। ठीक है जी, आराम से बात